श्री वाहिगुरु साहिब जी। जाको हर रंग लागो इस जुग में, सो कहियत है सूरा। आत्म जिन सगल वस ताकै, जाका सतगुर पूरा। ठाकुर गाइए आत्म रंग, सरनी पावन। नाम ध्यावन, सहज समावन संग। जन के चरण वसै मिरहिए रे, संग पुनीता देही। जन की धूर देहो कृपा निध। नानक कै सुख एही। सतनाम श्री वाहिगुरु साहिब जी। साढ़े त्रै मण दिहोरी, चलै पानी अन्न। आयो बंदा दुनी विच, वत आसुनी बन। मलकल मोत जा आवसी, सब दरवाजे भन। तिना प्यारियां भाइयां, अगे दिता बन। वेखो बंदा चलिया, चौहों जणियां दे कन। फरीदा अमल जे कीते दुनी विच, दरगह आए कम। वेखो बंदा चलिया, चौहों जणियां दे कन। फरीदा अमल जे कीते दुनी विच, दरगह आए कम। वाहिगुरु जी का खालसा, वाहिगुरु जी की फतेह। जुगों जुग अटल। शब्द गुरु बाणी के बोहित, तन तन साहिब श्री गुरु ग्रंथ साहब महाराज जी दी पावन पवित्र हजूरी दे विच सुभाएमान होए बैठे सतसंगी जनों, जां देश परदेश
ਸਾਹਿਬਾਂ ਦੀ ਅੰਮ੍ਰਿਤ ਬਾਣੀ ਨਾਲ ਇਸ ਚੱਲ ਰਹੇ ਪ੍ਰੋਗਰਾਮ ਰਾਹੀਂ ਆਪਣੇ ਆਪ ਨੂੰ ਪਰਚੋਲਣ ਦਾ ਯਤਨ ਕਰ ਰਹੇ ਸਤਸੰਗੀ ਜਨੋਂ ਵੱਡੇ ਭਾਗ ਹਨ। ਜਦੋਂ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਪਰਚੋਲਣ ਦਾ, ਆਪਣੇ ਆਪ ਨੂੰ ਸਮਝਣ ਦਾ ਸਮਾਂ ਪ੍ਰਾਪਤ ਹੁੰਦਾ ਹੈ। ਖਿਆਲ ਕਰਨਾ, ਸੰਸਾਰ ਨੂੰ ਜੇ ਸਮਝਣ ਦਾ ਯਤਨ ਕਰੀਏ ਤੇ ਸਮਝ ਵੀ ਲਈਏ ਤੇ ਤਾਂ ਵੀ ਕੋਈ ਲਾਭ ਨਹੀਂ। ਪਰਿਵਾਰ ਨੂੰ ਸਮਝਣ ਦਾ ਯਤਨ ਕਰੀਏ, ਪਰਿਵਾਰ ਨੂੰ ਸਮਝ ਉਸਦਾ ਵੀ ਕੋਈ ਲਾਭ ਨਹੀਂ। ਧਨ ਨੂੰ ਸਮਝਣ ਦਾ ਯਤਨ ਕਰੀਏ ਤੇ ਧਨ ਬਾਰੇ ਸਮਝ ਵੀ ਲਈਏ ਤੇ ਉਸਦਾ ਵੀ ਕੋਈ ਲਾਭ ਨਹੀਂ। ਪਰ ਸਭ ਤੋਂ ਵੱਡਾ ਮਨੁੱਖੀ ਜੀਵਨ ਵਿੱਚ ਲਾਭ ਹੈ ਆਪਣੇ ਆਪ ਨੂੰ ਸਮਝਣ ਦਾ ਯਤਨ ਕਰਨਾ ਤੇ ਆਪਣੇ ਆਪ ਨੂੰ ਸਮਝ ਲੈਣਾ ਔਰ ਇਸ ਗੱਲ ਨੂੰ ਪਰਪੱਕ ਕਰ ਲੈਣਾ, ਕਿੱਥੋਂ ਉਪਜੈ ਕਹਾਂ ਰਹਿ ਕਹਾਂ ਮਾਹੇ ਸਮਾਵੈ। ਵੀ ਇਹ ਜਿਹੜੀ ਮੇਰੀ ਜਿੰਦ ਹੈ, ਜੀਵ ਆਤਮਾ ਕਿੱਥੋਂ ਉਪਜੀ ਹੈ, ਕਿੱਥੇ ਕਿੱਥੇ ਰਹਿ ਕੇ ਆਈ ਹੈ ਔਰ ਕਿੱਥੇ ਜਾ ਕੇ ਇਸਨੇ ਸਮਾ ਜਾਣਾ। ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਇਹ ਗੱਲ ਮੇਨ ਹੈ। ਜੀਵ ਇਹ ਸਰੀਰ ਤੇ ਜੰਤ ਆਤਮਾ, ਜੰਤ ਇਹ ਸਰੀਰ ਤੇ ਜੀਵ ਇਸ ਦੇ ਅੰਦਰੋਂ ਆਤਮਾ, ਇਹ ਦੋਨਾਂ ਦੇ ਸੁਮੇਲ ਨਾਲ ਸਾਨੂੰ ਇਹ ਸੰਸਾਰ ਮਿਲਿਆ। ਇਹ ਖਸਮ ਦੇ ਪੈਦਾ ਕੀਤੇ ਨੇ, ਸਰੀਰ ਵੀ ਖਸਮ ਦਾ ਬਣਾਇਆ ਤੇ ਇਸ ਦੇ ਅੰਦਰ ਜਿਹੜੀ ਆਤਮਾ ਹੈ, ਜੋ ਪਾਵਰ ਕੰਮ ਕਰ ਰਹੀ ਹੈ, ਜੋ ਸ਼ਕਤੀ ਕੰਮ ਕਰ ਰਹੀ, ਜਿਸਨੂੰ ਅਸੀਂ ਆਤਮਾ ਆਖਦੇ ਹਾਂ, ਜੀਵ ਆਤਮਾ ਆਖਦੇ ਹਾਂ, ਉਹ ਵੀ ਖਸਮ ਦਾ ਅੰਸ਼ ਹੈ। ਔਰ ਅਸਲ ਗੱਲ ਇਹ ਹੈ ਕਿ ਮਾਲਕ ਦੀ ਦਰਗਾਹ ਦੇ ਅੰਦਰ, ਪ੍ਰਭੂ ਦੇ ਘਰ ਦੇ ਵਿੱਚ ਕੀਮਤ ਕਿਸ ਦੀ ਪੈਂਦੀ ਹੈ। ਕਿਸ ਦਾ ਉੱਥੇ ਸਤਿਕਾਰ ਹੁੰਦਾ ਤੇ ਕਿਸ ਦਾ ਉੱਥੇ ਨਿਰਾਦਰ ਹੁੰਦਾ ਹੈ। ਅਸਲ ਵਿੱਚ ਮਨੁੱਖਾ ਜੀਵਨ ਮਿਲਣ ਤੋਂ ਬਾਅਦ ਕਿ ਅਸੀਂ ਆਪਣੇ ਜੀਵਨ ਨੂੰ ਅਮੋਲਕ ਬਣਾਇਆ ਕਿ ਨਹੀਂ ਬਣਾਇਆ। ਕਿਤੇ ਐਸਾ ਤੇ ਨਹੀਂ ਕਿ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਇਹ ਪਰਚੋਲ ਕਰਨੀ ਆਪਣੇ ਆਪ। ਆਓ ਜਿਤਨੀ ਵੀ ਸੰਗਤਾਂ ਜੁੜੀਆਂ ਹਨ, ਅੱਜ ਦਾ ਜਿਸ ਦੀ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ, ਇਹ ਬਾਬਾ ਫਰੀਦ ਜੀ ਦਾ 100ਵਾਂ ਸ਼ਲੋਕ ਹੈ। ਪਾਵਨ ਅੰਕ 1383 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਸੋ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਨੇ ਮਨੋਵਿਰਤੀਆਂ ਇਕਾਗਰ ਕਰਨੀਆਂ, ਅਸੀਸ ਬਖਸ਼ਣੀ ਕਿ ਦਾਸ ਇਹ ਵਿਚਾਰ ਆਪ ਜੀ ਨਾਲ ਸਾਂਝੀ ਕਰ ਸਕੇ ਅਤੇ ਤੁਹਾਡੇ ਲਈ ਅਰਦਾਸ ਹੈ ਕਿ ਆਪ ਜੀ ਸਰਵਣ ਕਰਕੇ ਆਪਣੇ ਜੀਵਨ ਦਾ ਆਧਾਰ ਇਸ ਵਿਚਾਰਧਾਰਾ ਨੂੰ ਬਣਾ ਸਕੋ। ਸੋ ਸਾਰਿਆਂ ਨੇ ਗੁਰਮੰਤਰ ਦੀ ਸਾਂਝ ਕਰਨੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ। ਮਨੁੱਖ ਦਾ ਜੀਵਨ ਕਈ ਵਾਰੀ ਮਾਇਆ ਦੀ ਇਹਨਾਂ ਕਲੋਲਾਂ ਦੇ ਵਿੱਚ ਜਦੋਂ ਲੰਘ ਰਿਹਾ ਹੁੰਦਾ ਹੈ ਤਾਂ ਮਨੁੱਖ ਜਿਹੜਾ ਹੈ
ਉਹ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ ਅਚਿੰਤੇ ਬਾਜ ਵੀ ਕਈ ਵਾਰੀ ਪੈ ਜਾਂਦੇ ਹਨ। ਮਾਇਆ ਦੀ ਕਲੋਲਾਂ ਬਾਰੇ ਜੋ ਕੱਲ ਆਪ ਜੀਆਂ ਨਾਲ ਵਿਚਾਰ ਸਾਂਝੀਆਂ ਕੀਤੀਆਂ ਸਨ ਕਿ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇਹ ਗੱਲ ਪੱਕੀ ਹੈ ਕਿ ਇਸ ਸਰੀਰ ਨੇ ਰਿਜਕ ਦੇ ਆਸਰੇ ਚੱਲਣਾ ਹੈ, ਪਰ ਰਿਜਕ ਦੇ ਚੱਕਰ ਵਿੱਚ ਮਨ ਹੈ ਉਹ ਰਾਜਕ ਨੂੰ ਭੁੱਲ ਬੈਠਾ। ਤੇ ਰਾਜਕ ਦੇ ਹੱਥ ਵਿੱਚ ਸੰਸਾਰ 'ਚ ਵਡਿਆਈਆਂ ਨੇ। ਉਹ ਜਿਹੜਾ ਰਾਜਕ ਹੈ, ਜਿਹੜਾ ਰਿਜਕ ਦੇਣ ਵਾਲਾ ਮਾਲਕ, ਜਿਹੜਾ ਸਾਰਿਆਂ ਨੂੰ ਪਾਲਣਾ ਕਰਨ ਵਾਲਾ ਹੈ, ਜਿਹੜਾ ਮਨੁੱਖ ਇਸ ਮਾਇਆ ਵਿੱਚ ਕਈ ਵਾਰੀ ਗਲਤਾਨ ਹੋ ਜਾਂਦਾ ਹੈ ਤੇ ਮੌਤ ਨੂੰ ਭੁਲਾ ਦਿੰਦਾ ਹੈ, ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਤੇ ਜਿਉਂਦੇ ਜੀ ਕਈ ਵਾਰੀ ਮਨੁੱਖ ਉਹ ਗੱਲਾਂ ਕਰ ਦਿੰਦਾ ਜੋ ਮਨੁੱਖ ਦੇ ਚੇਤੇ ਵਿੱਚ ਨਹੀਂ ਹੁੰਦੀਆਂ। ਉਹ ਸਾਰੇ ਵਿਚਾਰ ਕੱਲ ਆਪ ਜੀ ਨਾਲ ਸਾਂਝੀ ਕੀਤੀ ਸੀ, ਜਿਹੜੇ ਸੰਗਤਾਂ ਲੜੀਵਾਰ ਵਿਚਾਰ ਸਰਵਣ ਕਰਦੀਆਂ ਆ ਰਹੀਆਂ ਹਨ। ਉਹਨਾਂ ਨੇ ਇਸ ਗੱਲ ਨੂੰ ਯਾਦ ਰੱਖਿਆ ਹੋਏਗਾ ਕਿ ਕੱਲ ਇਹ ਵਿਚਾਰ ਚੱਲ ਰਹੀ ਸੀ ਕਿ ਪਰਮਾਤਮਾ ਦੀ ਐਸੀ ਖੇਡ ਹੈ, ਹਰ ਕੀ ਗਤ ਨਾ ਕੋਊ ਜਾਣੈ, ਜੋਗੀ ਜਤੀ ਤਪੀ ਪਰ ਪਚਹਾਰੇ, ਅਰਬੋ ਲੋਕ ਸਿਆਣੇ, ਖਿਨ ਮੈਂ ਰਾਉ ਰੰਗ ਕੋ ਕਰਈ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਕਨਾਵੇ, ਇਹ ਤਾਕੋ ਵਿਵਹਾਰੇ। ਇਹ ਪਰਮਾਤਮਾ ਦਾ ਵਿਵਹਾਰ ਹੈ ਸੰਸਾਰ ਦੇ ਵਿੱਚ। ਇਸ ਕਰਕੇ ਇਹ ਗੱਲ ਵੀ ਜ਼ਿੰਦਗੀ ਦੁਨੀਆ ਨਹੀਂ ਭੁੱਲਣੀ ਕਿ ਜੇ ਅਸੀਂ ਮਾਇਆ ਬਹੁਤੀ ਇਕੱਠੀ ਕਰ ਲਈ ਹੈ, ਮਾਇਆ ਵਿੱਚ ਬਹੁਤ ਗਲਤਾਨ ਹੋ ਗਏ ਹਾਂ, ਤੇ ਇਹ ਜ਼ਰੂਰੀ ਨਹੀਂ ਕਿ ਜੋ ਸਾਡੇ ਕੋਲ ਹੈ ਉਹ ਸਾਡੇ ਕੋਲ ਹੀ ਰਹਿਣਾ ਹੈ। ਹੋ ਸਕਦਾ ਹੈ ਕਿ ਅੱਜ ਅਸੀਂ ਕਰੋੜਪਤੀ ਹੋਈਏ ਤੇ ਕੱਲ ਅਸੀਂ ਰੋੜਪਤੀ ਹੋਈਏ, ਭਾਵ ਕਿ ਅੱਜ ਕਰੋੜਾਂ ਨੇ ਤੇ ਕੱਲ ਹੋ ਸਕਦਾ ਕਿ ਕੰਗਾਲ ਹੋ ਜਾਈਏ। ਭਾਵ ਕਿ ਜੀਵਨ ਦੇ ਅੰਦਰ ਰਿਜਕ ਦੇ ਪਿੱਛੇ ਲੱਗ ਕੇ, ਰਿਜਕ ਦੀਆਂ ਕਲੋਲਾਂ ਦੇ ਵਿੱਚ ਮਸਤ ਹੋ ਕੇ ਆਪਾਂ ਰਾਜਕ ਨੂੰ ਚੇਤੇ ਕਰਨਾ ਹੈ। ਭਾਵੇਂ ਇਸ ਸਰੀਰ ਨੂੰ ਅੱਜ ਬਾਬਾ ਫਰੀਦ ਜੀ ਆਖ ਰਹੇ ਨੇ ਕਿ ਚਲਾਣਾ ਰਿਜਕ ਨਹੀਂ ਹੈ, ਇਹ ਸਰੀਰ ਚਲੇਗਾ ਰਿਜਕ ਦੇ ਨਾਲ ਹੀ। ਆਖਣ ਲੱਗੇ ਸਾਡੇ ਤ੍ਰੈ ਮਣ ਦਿਹੋਰੀ, ਚੱਲੇ ਪਾਣੀ ਅੰਨ। ਇਹ ਜਿਹੜਾ ਸਾਡਾ ਸਰੀਰ ਹੈ, ਕਿਉਂਕਿ ਇਹ ਜਿਹੜੀ ਵਿਚਾਰਧਾਰਾ ਬਾਬਾ ਫਰੀਦ ਜੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਵਿਚਰੇ ਨੇ, ਪਾਗਪਟਨ ਦੇ ਵਿੱਚ, ਉੱਥੇ ਦੇ ਜਿਹੜੇ ਪਠਾਨ ਲੋਕ ਨੇ ਉਹ ਡਾਢੇ ਤਕੜੇ ਹੁੰਦੇ ਸਨ, ਬੜੇ ਤਗੜੇ ਤਗੜੇ ਉਹਨਾਂ ਦੇ ਸਰੀਰ ਹੁੰਦੇ ਸਨ। ਤੇ ਉਹਨਾਂ ਨੂੰ ਮੁਖਾਤਿਬ ਹੋ ਕੇ ਬਾਬਾ ਜੀ ਨੇ ਗੱਲ ਕੀਤੀ, ਆਓ ਕਿ ਇੱਕ ਜਿਹੜਾ ਮਣ ਹੈ ਉਹ 40 ਕਿੱਲਾ ਦਾ ਹੁੰਦਾ ਹੈ, ਇੱਕ ਮਣ 28 ਸੇਰ ਦਾ ਹੁੰਦਾ ਹੈ, ਜੋ ਪੁਰਾਤਨ ਮਾਪਦੰਡ ਹੈਗੇ ਨੇ ਉਹਨਾਂ ਦੇ ਮੁਤਾਬਿਕ। ਆਓ ਕਿ 3.5 ਮਣ, ਲਗਭਗ 3.5 ਮਣ ਦਾ ਅਰਥ ਹੋ ਗਿਆ ਕਿ 140 ਕਿਲੋ। ਆਓ ਕਿ 3 ਮਣ ਦੇ ਵਿੱਚ 120 ਕਿਲੋ ਹੋ ਗਿਆ, 3.5 ਮਣ ਦੇ ਵਿੱਚ 140 ਕਿਲੋ ਹੋ ਗਿਆ, ਕਿਉਂਕਿ ਜੇ ਇੱਕ ਮਣ 40 ਕਿਲੋ ਦਾ ਹੁੰਦਾ ਹੈ। ਤੇ ਉਹ ਕਹਿ ਰਹੇ ਨੇ ਵੀ 3.5 ਮਣ ਦਿਹੋਰੀ, 3.5 ਮਣ ਦਾ ਇਹ ਸਰੀਰ, ਦਿਹੋਰੀ ਦਾ ਅਰਥ ਸਰੀਰ, ਆਓ ਕਿ 1 ਕੁਇੰਟਲ 40 ਕਿਲੋ ਦਾ। ਕਿਉਂਕਿ ਉਸ ਇਲਾਕੇ ਦੇ ਲੋਕ ਬੜੇ ਡਾਢੇ ਤਕੜੇ ਹੁੰਦੇ ਸਨ, ਬੜੇ ਜਵਾਨ ਹੁੰਦੇ ਸਨ। ਤੇ ਬਾਬਾ ਫਰੀਦ ਜੀ ਕਹਿੰਦੇ ਇਹ ਜਿਹੜਾ ਭਾਈ ਸਾਡਾ ਸਰੀਰ ਹੈ ਨਾ, ਇਹ 3.5 ਮਣ ਦਾ ਜਿਹੜਾ ਸਰੀਰ ਹੈ, ਚੱਲੇ ਪਾਣੀ ਅੰਨ। ਇਹ ਸੋਹਣਾ ਸਰੀਰ, ਪਲਿਆ ਹੋਇਆ ਸਰੀਰ, ਕਿਉਂਕਿ ਜਿਹੜਾ ਸਰੀਰ ਪਲੇਗਾ ਉਹੀ 3.5 ਮਣ ਦਾ ਹੋ ਸਕਦਾ। ਆਮ ਤਾਂ ਜੋ ਖਾਸ ਕਰਕੇ ਸਾਡੇ ਇੱਧਰ ਤੇ ਬੰਦਿਆਂ ਦੇ ਇਤਨੇ ਵਜ਼ਨ ਨਹੀਂ, ਪਰ ਤੁਸੀਂ ਜਾਓ ਅੱਜ ਵੀ ਪਾਕਿਸਤਾਨ ਵਾਲੇ ਪਾਸੇ, ਉੱਥੇ ਦੇ ਲੋਕ ਅੱਜ ਵੀ ਬੜੇ ਵੱਡੇ ਵੱਡੇ ਸਰੀਰਾਂ ਵਾਲੇ, ਜੁੱਸਿਆਂ ਵਾਲੇ ਸਾਨੂੰ ਨਜ਼ਰ ਆਉਂਦੇ। ਆਓ ਕਿ ਜਿਨ੍ਹਾਂ ਨੇ ਚੰਗੇ ਤਰੀਕੇ ਦੇ ਨਾਲ ਸਰੀਰ ਨੂੰ ਪਾਲਿਆ ਹੈ, ਸਰੀਰ ਨੂੰ ਖੁਰਾਕਾਂ ਦੇ ਕੇ ਇਸ ਨੂੰ ਤਕੜਾ ਕੀਤਾ ਹੈ, ਸਾਹਿਬ ਕਹਿੰਦੇ ਨੇ ਭਾਈ ਇਹ ਗੱਲ ਤਾਂ ਪੱਕੀ ਹੈ ਕਿ ਚੱਲੇ ਪਾਣੀ ਅੰਨ, ਅੰਨ ਅਤੇ ਪਾਣੀ ਦੇ ਨਾਲ ਹੀ ਸਰੀਰ ਨੇ ਕੰਮ ਦੇਣਾ ਹੈ,
ਤੁਰਨਾ ਹੈ। ਉਸ ਤੋਂ ਬਿਨਾਂ ਇਹ ਸਰੀਰ ਕੰਮ ਨਹੀਂ ਆ ਸਕਦਾ। ਪਾਣੀ ਵੀ ਚਾਹੀਦਾ ਅਤੇ ਅੰਨ ਵੀ ਚਾਹੀਦਾ, ਕਿਉਂਕਿ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੁਝ। ਸਭ ਤੋਂ ਪਹਿਲਾਂ ਜਿਹੜਾ ਜੀਵ ਵਾਸਤੇ ਉਹ ਪਾਣੀ ਹੈ। ਪਾਣੀ ਵੀ ਚਾਹੀਦਾ ਸਰੀਰ ਨੂੰ। ਦੂਜੇ ਨੰਬਰ 'ਤੇ ਅੰਨ ਚਾਹੀਦਾ ਹੈ, ਖੁਰਾਕ। ਕਿਉਂਕਿ ਪਾਣੀ ਤੋਂ ਬਿਨਾਂ ਮਨੁੱਖ ਕੁਝ ਘੰਟੇ ਕੱਢ ਸਕਦਾ ਹੈ, ਅੰਨ ਤੋਂ ਬਿਨਾਂ ਕੁਝ ਦਿਨ ਕੱਢ ਸਕਦਾ ਹੈ, ਪਰ ਸਰੀਰ ਨੂੰ ਚਲਾਉਣ ਵਾਸਤੇ ਦੋਵੇਂ ਚੀਜ਼ਾਂ ਚਾਹੀਦੀਆਂ। ਅੰਨ ਵੀ ਚਾਹੀਦਾ, ਪਾਣੀ ਵੀ ਚਾਹੀਦਾ। ਬਾਬਾ ਫਰੀਦ ਜੀ ਕਹਿੰਦੇ ਨੇ ਇਹ ਅੰਨ ਨਾਲ ਤੇ ਪਾਣੀ ਨਾਲ ਤੁਰਦਾ ਹੈ, ਭਾਉ ਅੱਗੇ ਚੱਲਦਾ ਹੈ, ਕੰਮ ਦਿੰਦਾ ਹੈ। ਅੰਨ ਵੀ ਚਾਹੀਦਾ ਤੇ ਪਾਣੀ ਵੀ ਚਾਹੀਦਾ। ਇਸ ਸਰੀਰ ਨੂੰ ਪਾਲਣ ਵਾਸਤੇ, ਇਸ ਦੇਹੀ ਕੋਲੋਂ ਕੰਮ ਲੈਣ ਵਾਸਤੇ ਭਾਉ ਕਿ ਰਿਜ਼ਕ ਵੀ ਚਾਹੀਦਾ ਹੈ। ਪਰ ਐਸਾ ਨਾ ਹੋਵੇ ਕਿਤੇ ਰਿਜ਼ਕ ਦੀ ਤਲਾਸ਼ ਦੇ ਅੰਦਰ ਕਿਤੇ ਤੁਸੀਂ ਰਾਜਕ ਨੂੰ ਨਾ ਭੁੱਲ ਜਾਇਓ। ਕਿਉਂਕਿ ਅੱਜ ਦੇਖੋ ਨਾ, ਬਹੁਤੇ ਲੋਕਾਂ ਦਾ ਇੱਕੋ ਹੀ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਅਸੀਂ ਤਾਂ ਜੀ ਆਪਣੇ ਪਰਿਵਾਰ ਨੂੰ ਪਾਲ ਰਹੇ ਹਾਂ, ਆਪਣੇ ਟੱਬਰ ਨੂੰ ਪਾਲ ਰਹੇ ਹਾਂ, ਆਪਣੇ ਕੁਟੁੰਬ ਦੀ ਪਾਲਣਾ ਕਰ ਰਹੇ ਹਾਂ। ਠੀਕ ਹੈ, ਇਹ ਸਾਡੀ ਡਿਊਟੀਆਂ ਨੇ, ਇਹ ਸਮਝਣਾ ਜ਼ਰੂਰੀ ਹੈ। ਕਿਉਂਕਿ ਗੁਰਮਤਿ ਇਹਨਾਂ ਡਿਊਟੀਆਂ ਤੋਂ ਸਾਨੂੰ ਭਗੌੜਾ ਨਹੀਂ ਕਰਦੀ। ਗੁਰਮਤਿ ਹੀ ਐਸੀ ਸਾਡੇ ਕੋਲ ਜੁਗਤੀ ਹੈ ਸਿੱਖਾਂ ਦੇ ਕੋਲ, ਜਿਹੜੀ ਇਹ ਜ਼ਿੰਮੇਵਾਰੀਆਂ ਵਿੱਚ ਪਾ ਕੇ ਸਾਨੂੰ ਰਿਜ਼ਕ ਦਾਤੇ ਦੇ ਨਾਲ ਜੋੜਦੀ ਹੈ ਔਰ ਸਾਨੂੰ ਸਮਝਾਉਂਦੀ ਹੈ ਕਿ ਸੰਸਾਰ ਦਾ ਜਿਹੜਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਕਿਤੇ ਐਸਾ ਨਾ ਹੋਵੇ ਤੇਰੇ ਜੀਵਨ ਵਿੱਚ ਤੂੰ ਆਖੇ ਵੀ ਜੋ ਅੰਨ ਪਾਣੀ ਦੀ ਲੋੜ ਹੈ ਅਤੇ ਮੈਂ ਤਾਂ ਇਸ ਦੇ ਵਾਸਤੇ ਹੀ ਕੰਮ ਕਰਦਾ, ਅਤੇ ਤੇਰਾ ਮਨੁੱਖਾ ਜੀਵਨ ਕੇਵਲ ਅੰਨ ਪਾਣੀ ਵਾਸਤੇ ਨਹੀਂ ਬਣਿਆ। ਬਾਬਾ ਫਰੀਦ ਜੀ ਇੱਥੇ ਸਮਝਾਉਣਾ ਚਾਹੁੰਦੇ ਨੇ, ਕਹਿਣ ਲੱਗੇ ਆਇਓ ਬੰਦਾ ਦੁਨੀ ਵਿੱਚ। ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਆਇਆ, ਦੁਨੀਆ ਦੇ ਵਿੱਚ ਆਇਆ। ਵਤ ਅਸੂਨੀ ਬਨ, ਵਤ ਦਾ ਅਰਥ ਹੈ ਪੜ੍ਹ ਕੇ, ਮੁੜ ਮੁੜ ਕੇ। ਆਸੂਨੀ ਬਨ ਦਾ ਅਰਥ ਹੈ ਨਿੱਕੀ ਜਿਹੀ ਆਸ, ਸੋਹਣੀ ਜਿਹੀ ਆਸ ਜਿਹੜੀ ਉਹ ਬਨ ਕੇ ਰੱਖਦਾ ਹੈ ਕਿ ਮੇਰੀ ਮੌਤ ਨਾ ਆਵੇ, ਮੈਂ ਮਰਾਂ ਨਾ। ਸਰੀਰ ਨੂੰ ਪਾਲਣ ਦਾ ਅਰਥ ਵੀ ਬਹੁਤਾਤ ਵਿੱਚ ਇਹੀ ਹੈ ਲੋਕਾਂ ਦਾ, ਵੀ ਅਸੀਂ ਅਜੇ ਮਰੀਏ ਨਾ, ਸਾਨੂੰ ਮੌਤ ਨਾ ਆਵੇ। ਜਾਂ ਫਿਰ ਇੱਕ ਆਸ ਹੈ ਕਿ ਅਸੀਂ ਜੋ ਇਸ ਸਰੀਰ ਦੇ ਨਾਲ ਅੰਨ ਧਨ ਇਕੱਠਾ ਕਰ ਲਈਏ। ਅੰਨ ਧਨ ਇਕੱਠਾ ਤਾਂ ਇਸ ਵਾਸਤੇ ਨਾ, ਸਭ ਤੋਂ ਵੱਡੀ ਪਹਿਲੀ ਆਸ ਜਿਹੜੀ ਹੈ ਮਨੁੱਖ ਨੂੰ ਇਹ ਹੈ ਕਿ ਮੇਰੀ ਮੌਤ ਨਾ ਆਵੇ। ਅਤੇ ਮੌਤ ਦੇ ਨਾਲ ਨਾਲ ਫਿਰ ਰਿਜ਼ਕ ਦੀ ਗੱਲ ਚੱਲ ਪੈਂਦੀ ਹੈ। ਇੱਕ ਤਾਂ ਮੌਤ ਨਾ ਆਵੇ ਅਤੇ ਸਰੀਰ ਨੂੰ ਅਸੀਂ ਹਸ਼ਟ ਪੁਸ਼ਟ ਰੱਖੀਏ, ਤਾਂ ਉਸ ਵਾਸਤੇ ਅੰਨ ਚਾਹੀਦਾ। ਦੇਖੋ ਅੰਨ ਜਿਹੜਾ ਚਾਹੀਦਾ ਸਰੀਰ ਨੂੰ ਪਾਲਣ ਵਾਸਤੇ, ਔਰ ਇਹ ਮੰਗ ਵੀ ਭਗਤਾਂ ਨੇ ਕੀਤੀ ਹੈ ਵੀ ਗੋਪਾਲ ਤੇਰਾ ਆੜਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਦਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸਾਧਨ ਨੀਕਾ, ਅਨਾਜ ਮੰਗੋ ਸਦ ਸਿਕਾ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਕਰ ਕੀ ਕੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਇਹ ਸਾਰੀਆਂ ਚੀਜ਼ਾਂ ਚਾਹੀਦੀਆਂ। ਪਰ ਮਨੁੱਖ ਇਸ ਆਸ ਦੇ ਵਿੱਚ ਜੀ ਰਿਹਾ ਹੈ, ਇਹ ਨਿੱਕੀ ਜਿਹੀ ਅਤੇ ਸੋਹਣੀ ਜਿਹੀ ਆਸ ਬੱਝੀ ਹੋਈ ਹੈ ਕਿ ਮੈਂ ਇੱਥੋਂ ਜਾਵਾਂ ਨਾ, ਸੰਸਾਰ ਮੈਨੂੰ ਛੱਡਣਾ ਨਾ ਪਵੇ, ਮੈਂ ਸੰਸਾਰ ਦੇ ਵਿੱਚ ਜਿਉਂਦਾ ਰਹਾਂ। ਅਤੇ ਨਾਲ ਇਹ ਰਿਜ਼ਕ ਵਾਸਤੇ ਦੌੜ ਰਿਹਾ, ਰਿਜ਼ਕ ਦੀਆਂ ਕਲੋਲਾਂ ਕਰ ਰਿਹਾ, ਜੋ ਪਿਛਲੇ ਸਲੋਕ ਵਿੱਚ ਅਸੀਂ ਵਾਚ ਕੇ ਆਏ ਹਾਂ। ਮੌਤ ਦੇ ਕਿਨਾਰੇ 'ਤੇ ਬੈਠਾ ਹੋਇਆ ਇਨਸਾਨ, ਪਰ ਜੇ ਇਹ ਬਗਲੇ ਵਾਂਗ ਡੱਡੀਆਂ ਫੜਦਾ, ਛੱਡ ਦਿੰਦਾ, ਕਲੋਲਾਂ ਕਰਦਾ, ਪਰ ਜਦੋਂ ਬਾਜ਼ ਮੌਤ ਦਾ ਆ ਕੇ ਪੈ ਜਾਂਦਾ, ਫਿਰ ਇਹ ਕੇਲਾਂ ਜਿਹੜੀਆਂ ਕਰਦਾ ਨਾ, ਇਹ ਸਾਰੀਆਂ ਵਿਸਰ ਜਾਂਦੀਆਂ। ਜਿਸ ਰਿਜ਼ਕ ਵਿੱਚ ਗਲਤਾਨ ਰਹਿੰਦਾ, ਸੰਸਾਰ ਦੇ ਵਿੱਚ ਗਲਤਾਨ ਰਹਿੰਦਾ, ਪਰਿਵਾਰ ਦੇ ਵਿੱਚ ਖਚਿਤ ਰਹਿੰਦਾ, ਉਸ ਬਾਬਤ ਬਾਬਾ ਫਰੀਦ ਜੀ ਆਖਣ ਲੱਗੇ ਜਿਹੜੀ ਤੂੰ ਆਸ ਰੱਖੀ ਹੋਈ ਹੈ ਵੀ ਇਹ ਸਰੀਰ ਨਾ ਟੁੱਟੇ, ਇਹ ਸੋਹਣੀ ਜਿਹੀ ਆਸ ਮਨ ਵਿੱਚ ਹੈ ਕਿ ਇਹ ਸਰੀਰ ਜਿਹੜਾ ਹੈ ਉਹ ਅਜੇ ਖਤਮ ਨਾ ਹੋਵੇ। ਕਈ ਵਾਰੀ ਤਾਂ ਬੰਦਾ ਦੇਖਿਆ ਸੰਸਾਰ 'ਚ ਕਿ ਬੜਾ ਦੁਖੀ ਪ੍ਰਤੀਤ ਹੁੰਦਾ। ਕੋਈ ਬਿਮਾਰੀ ਹੋਵੇ, ਕਈ ਵਾਰੀ ਕੋਈ ਦੁੱਖ ਹੋਵੇ, ਕੋਈ ਹੋਰ ਪਰੇਸ਼ਾਨੀਆਂ ਨੇ, ਪਰ ਇਹ ਗੱਲ ਸੱਚੀ ਹੈ ਕਿ ਇਤਨਾ ਦੁਖੀ ਹੁੰਦਾ ਹੋਇਆ ਵੀ ਬੰਦਾ ਮਰਨਾ ਬਿਲਕੁਲ ਨਹੀਂ ਚਾਹੁੰਦਾ।
ਇੱਥੇ ਤੱਕ ਕਿ ਮੈਂ ਇੱਕ ਦੇਖਿਆ ਵੀ ਤੁਸੀਂ ਕੀੜੀ ਨੂੰ ਹੱਥ ਲਾ ਕੇ ਵੇਖੋ ਨਾ, ਉਹ ਵੀ ਆਪਣੀ ਚਾਲ ਤੇਜ਼ ਕਰ ਲੈਂਦੀ ਹੈ। ਮੌਤ ਉਹ ਵੀ ਨਹੀਂ ਚਾਹੁੰਦੀ। ਮੌਤ ਇੱਕ ਕੀੜੀ ਵੀ ਨਹੀਂ ਚਾਹੁੰਦੀ। ਕੀੜੀ ਨੂੰ ਕਿਤੇ ਹੱਥ ਲਾ ਕੇ ਵੇਖੋ ਪਿੱਛੋਂ, ਵੀ ਉਹ ਆਪਣੀ ਚਾਲ ਤੇਜ਼ ਕਰ ਲੈਂਦੀ ਹੈ, ਤੇਜ਼ ਤੁਰਨਾ ਸ਼ੁਰੂ ਕਰ ਦਿੰਦੀ ਹੈ। ਇਸ ਦਾ ਅਰਥ ਹੈ ਕਿ ਉਹ ਮੌਤ ਨਹੀਂ ਚਾਹੁੰਦੀ। ਪਰ ਬਾਬਾ ਫਰੀਦ ਜੀ ਕਹਿੰਦੇ, ਭਾਈ ਗੁਰਸਿੱਖੋ, ਵੀ ਮੌਤ ਤਾਂ ਐਡੀ ਪ੍ਰਬਲ ਹੈ, ਮਲਕਲ ਮੌਤ ਜਾਂ ਆਵਸੀ। ਮਲਕਲ ਮੌਤ, ਮਲਕਤ ਕਹਿੰਦੇ ਨੇ ਫਰਿਸ਼ਤੇ ਨੂੰ, ਮੌਤ ਦਾ ਅਰਥ ਹੈ ਮੌਤ ਦਾ ਫਰਿਸ਼ਤਾ। ਜਾਂ ਦਾ ਅਰਥ ਹੈ ਜਦੋਂ, ਆਵਸੀ ਦਾ ਅਰਥ ਹੈ ਆਵੇਗਾ। ਆਉਗੀ ਮੌਤ ਦਾ ਫਰਿਸ਼ਤਾ ਜਦੋਂ ਆਵੇਗਾ ਨਾ, ਸਭ ਦਰਵਾਜ਼ੇ ਭੰਨ, ਸਾਰੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਤੋੜ ਦੇਣਾ। ਵਿਦਵਾਨਾਂ ਨੇ ਦੋ ਅਰਥ ਕੀਤੇ ਨੇ। ਇੱਕ ਦਰਵਾਜ਼ੇ ਕਹੇ ਨੇ ਸਰੀਰ ਦੇ। ਆਉਗੀ ਜਦੋਂ ਮੌਤ ਨੇ ਆਉਣਾ, ਤੇਰੀ ਅੱਖਾਂ ਦਾ ਦਰਵਾਜ਼ਾ ਹੈ, ਕੰਨਾਂ ਦੇ ਦਰਵਾਜ਼ੇ ਨੇ, ਤੇਰੀ ਰਸਨਾ ਹੈ, ਹੱਥ ਪੈਰ ਨੇ। ਪਰਮਾਤਮਾ ਨੇ ਸਾਰੀਆਂ ਚੀਜ਼ਾਂ ਵਿੱਚੋਂ ਸੱਤਾ ਜਿਹੜੀ ਉਹ ਘਟਾ ਦੇਣੀ ਹੈ। ਦੇਖੋ, ਮੌਤ ਤੋਂ ਪਹਿਲਾਂ ਕਈ ਵਾਰੀ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ, ਕੰਨ ਸੁਣਨਾ ਬੰਦ ਕਰ ਦਿੰਦੇ ਨੇ, ਰਸਨਾ ਸਵਾਦ ਦੱਸਣਾ ਬੰਦ ਕਰ ਦਿੰਦੀ ਹੈ, ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਨੇ। ਇਹ ਦਰਵਾਜ਼ੇ ਭੰਨਣ ਦੀ ਨਿਸ਼ਾਨੀ ਵੀ ਮੌਤ ਜਿਹੜੀ ਹੈ ਨਾ, ਉਹ ਜਦੋਂ ਆਵੇ, ਦਰਵਾਜ਼ੇ ਨੇ ਨਾ ਮਨੁੱਖ ਦੇ, ਇਹ ਭੰਨ ਦਿੰਦੀ। ਜਦੋਂ ਮੌਤ ਆਉਂਦੀ ਦਾ ਫਰਿਸ਼ਤਾ ਆਉਂਦਾ ਨਾ, ਇਹ ਸਾਰੇ ਦਰਵਾਜ਼ੇ। ਔਰ ਤੁਸੀਂ ਦੇਖੋ ਨਾ, ਵੀ ਜਿਹੜੀ ਅੱਖਾਂ ਇਤਨੇ ਸਾਲ ਸੰਸਾਰ ਨੂੰ ਦਿਖਾਉਂਦੇ ਰਹੀਆਂ, ਅੱਜ ਜਦੋਂ ਮੌਤ ਦਾ ਫਰਿਸ਼ਤਾ ਆ ਕੇ ਇਸ ਘਰ ਨੂੰ ਲੁੱਟ ਕੇ ਲੈ ਗਿਆ, ਤੇ ਅੱਜ ਅੱਖਾਂ ਉਹੀ ਨੇ, ਪਰ ਅੱਜ ਅੱਖਾਂ ਦੇਖ ਨਹੀਂ ਸਕਦੀਆਂ। ਅੱਜ ਕੰਨ ਉਹੀ ਨੇ, ਕੁਝ ਸੁਣ ਨਹੀਂ ਸਕਦੇ। ਅੱਜ ਰਸਨਾ ਉਹੀ ਹੈ, ਕੁਝ ਬੋਲ ਨਹੀਂ ਸਕਦੀ। ਅੱਜ ਹੱਥ ਉਹੀ ਨੇ, ਕੋਈ ਕੰਮ ਨਹੀਂ ਕਰ ਸਕਦੇ। ਪੈਰ ਉਹੀ ਨੇ, ਤੁਰ ਨਹੀਂ ਸਕਦੇ। ਬੋਡੀ ਤਾਂ ਉਸ ਤਰ੍ਹਾਂ ਹੀ ਪਈ ਹੈ, ਮਿੱਟੀ ਦੀ ਲੋਥ ਤਾਂ ਉਸ ਤਰ੍ਹਾਂ ਹੀ ਪਈ ਹੈ। ਪਰ ਜੋ ਮੌਤ ਨੇ ਸਾਰੇ ਦਰਵਾਜ਼ੇ ਭੰਨ ਦਿੱਤੇ, ਉਹ ਤੋੜ ਦਿੱਤੇ। ਹੁਣ ਦਰਵਾਜ਼ੇ ਕੰਮ ਕਿਵੇਂ ਕਰਨ, ਜਦੋਂ ਤੋੜ ਹੀ ਦਿੱਤੇ ਨੇ, ਭੰਨ ਹੀ ਦਿੱਤੇ ਨੇ। ਇੱਕ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਜਦੋਂ ਮੌਤ ਆਉਂਦੀ ਹੈ, ਜਿਹੜੇ ਵੀ ਮਨੁੱਖ ਦਰਵਾਜ਼ੇ ਲਾਉਂਦਾ ਹੈ ਮੌਤ ਤੋਂ ਵਾਸਤੇ, ਧਨ ਦਾ ਦਰਵਾਜ਼ਾ, ਪਰਿਵਾਰ ਦਾ ਦਰਵਾਜ਼ਾ, ਦੋਸਤਾਂ ਮਿੱਤਰਾਂ ਦਾ ਦਰਵਾਜ਼ਾ, ਹੋਰ ਬਹੁਤ ਸਾਰੇ ਦਰਵਾਜ਼ੇ ਬੰਦਾ ਲੈਂਦਾ, ਵੀ ਮੇਰੇ ਭਰਾ ਹੈਗੇ ਨੇ, ਮੈਨੂੰ ਕੌਣ ਕਿਵੇਂ ਮਾਰ ਸਕਦਾ, ਇੱਦਾਂ ਕਹਿੰਦੇ ਨਾ ਲੋਕ ਕਈ ਵਾਰੀ। ਇਹਦਾ ਅਰਥ ਹੈ ਇਹ ਦਰਵਾਜ਼ਾ, ਬੰਦੇ ਕੋਲ ਧਨ ਹੈ, ਧਨ ਦੇ ਮਾਣ ਵਿੱਚ ਮੇਰਾ ਕੋਈ ਕੀ ਵਿਗਾੜ ਸਕਦਾ ਹੈ, ਇਹ ਵੀ ਦਰਵਾਜ਼ਾ ਲਾਇਆ। ਪਰ ਸੱਚ ਜਾਣਨਾ, ਧਨ ਦਾ ਦਰਵਾਜ਼ਾ, ਪਰਿਵਾਰ ਦਾ ਦਰਵਾਜ਼ਾ, ਭਰਾਵਾਂ ਦਾ ਦਰਵਾਜ਼ਾ, ਧਨ ਦੌਲਤ, ਸੰਸਾਰ ਦੇ ਜਿਹੜੇ ਇਹ ਦਰਵਾਜ਼ੇ ਬੰਦੇ ਨੇ ਲਾਏ ਨੇ, ਜਦੋਂ ਮੌਤ ਦੇ ਫਰਿਸ਼ਤੇ ਨੇ ਆਉਣਾ ਤਾਂ ਉਸਨੇ ਇਹ ਦਰਵਾਜ਼ਾ ਜਿਹੜਾ ਨਾ ਉਹ ਤੋੜ ਦੇਣਾ। ਸਾਰੇ ਦਰਵਾਜ਼ੇ, ਕਿਸੇ ਨੇ ਨਹੀਂ ਰੱਖਣਾ ਸਾਨੂੰ, ਕਿਸੇ ਨੇ ਸਾਡੇ ਕੰਮ ਨਹੀਂ ਆਉਣਾ। ਦੇਖੋ ਨਾ ਤੁਸੀਂ ਕਿ ਪੁੱਤ ਭਾਈ ਭਤੀਜੇ ਦੋਵੇਂ ਕੋ ਮਰੇ ਨਾ ਮੁਆ ਨਾਲੇ। ਰੋਂਦੇ ਸਾਰੇ ਨੇ, ਪਰ ਮਰਨ ਵਾਲੇ ਦੇ ਨਾਲ ਕੋਈ ਨਹੀਂ ਮਰਦਾ। ਵੀ ਜਿਹੜਾ ਮਨੁੱਖ ਸੰਸਾਰ ਛੱਡ ਕੇ ਜਾ ਰਿਹਾ, ਉਸਦੇ ਨਾਲ ਕੋਈ ਸੰਸਾਰ ਨਹੀਂ ਛੱਡਦਾ। ਇਸ ਕਰਕੇ ਇਹ ਸੰਸਾਰ ਦਾ ਇੱਕ ਵਿਧਾਨ ਹੈ, ਸੰਸਾਰ ਦੀ ਇੱਕ ਮਰਿਆਦਾ ਹੈ ਕਿ ਮਨੁੱਖ ਆਪਣੀ ਮੌਤ ਤੋਂ ਬਚਣ ਵਾਸਤੇ, ਇਹ ਸੋਹਣੀ ਜਿਹੜੀ ਆਸ ਹੈ ਕਿ ਮੈਂ ਅਜੇ ਨਾ ਮਰਾਂ, ਇਸ ਵਾਸਤੇ ਬਹੁਤ ਸਾਰੇ ਧਨ ਦੌਲਤ ਪਦਾਰਥਾਂ ਦੇ ਦਰਵਾਜ਼ੇ, ਵੀ ਮੈਂ ਬਿਮਾਰ ਹੋਵਾਂਗਾ ਧਨ ਮੇਰੇ ਕੰਮ ਆਵੇਗਾ। ਅੱਜ ਲੋਕ ਜਿਹੜੇ ਨੇ ਉਹ ਬੀਮਾ ਕਰਵਾ ਲੈਂਦੇ ਹਨ ਕਿ ਮੈਂ ਬਿਮਾਰ ਹੋਵਾਂਗਾ ਅਤੇ ਬੀਮਾ ਕੰਪਨੀ ਮੇਰਾ ਜੋ ਬਿਮਾਰੀ ਵਿੱਚ ਖਰਚ ਉਠਾਏਗੀ ਅਤੇ ਮੈਂ ਠੀਕ ਹੋ ਕੇ ਘਰ ਆ ਜਾਵਾਂਗਾ। ਇਹ ਦਰਵਾਜ਼ਾ ਹੀ ਹੈ। ਪਰ ਹੈਰਾਨੀ ਦੀ ਗੱਲ ਹੈ, ਜਦੋਂ ਮੌਤ ਆਈ ਜਾਂਦੀ ਹੈ ਅਤੇ ਨਾ ਬੀਮੇ ਕੰਮ ਆਉਂਦੇ ਨੇ, ਜਿਹੜੇ ਕਿ ਅਸੀਂ ਇੰਸ਼ੋਰੈਂਸ ਕਰਾਉਂਦੇ ਹਾਂ, ਹੈਲਥ ਇੰਸ਼ੋਰੈਂਸ ਜਿਹੜੇ ਹੁੰਦੇ ਨੇ। ਠੀਕ ਹੈ, ਮਨੁੱਖ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜੋ ਯੋਗ ਚੀਜ਼ਾਂ ਨੇ, ਉਹ ਕਰਾਉਣੀਆਂ ਨੇ। ਪਰ ਸੱਚ ਇਹ ਹੈ ਕਿ ਜਦੋਂ ਮੌਤ ਨੇ ਆਉਣਾ, ਜਿਤਨੇ ਵੀ ਦਰਵਾਜ਼ੇ ਮਨੁੱਖ ਲਾਉਂਦਾ ਹੈ, ਬਾਬਾ ਫਰੀਦ ਜੀ ਕਹਿੰਦੇ ਇਹ ਸਾਰੇ ਦਰਵਾਜ਼ੇ ਜਿਹੜੇ ਨੇ, ਇਹ ਮੌਤ ਦਾ ਫਰਿਸ਼ਤਾ ਭੰਨ ਦਿੰਦਾ, ਤੋੜ ਦਿੰਦਾ। ਕੋਈ ਦਰਵਾਜ਼ਾ ਵੀ ਮਨੁੱਖ ਨੂੰ ਲਿਜਾਣ ਤੋਂ ਰੋਕ ਨਹੀਂ ਸਕਦਾ। ਬੰਦਾ ਜਿਤਨਾ ਮਰਜ਼ੀ ਦਰਵਾਜ਼ੇ ਬੰਦ ਕਰਕੇ ਬਹਿ ਜਾਵੇ, ਪਰ ਮੌਤ ਐਡੀ ਪ੍ਰਬਲ ਹੈ। ਉਸ ਨੂੰ ਕਿਹਾ ਸਤਿਗੁਰਾਂ ਨੇ, ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕੋ ਪਈਆ ਰੇ। ਕਿਸੇ ਨੇ ਰਹਿਣਾ ਨਹੀਂ ਇੱਥੇ। ਇਸ ਕਰਕੇ ਮਾਰਗ ਨੇ ਸੋਧੇ ਸੋਧੇ ਰੇਂਗ ਚਲੋ ਤੁਮ
ਨਤਰ ਕੁਦੱਕਾ ਦਿਵਈਆ ਰੇ, ਬਾਰੇ ਬੂਢੇ ਤਰੁਨੇ ਭਈਆ, ਸਭ ਹੂੰ ਜਮ ਲੈ ਜਾਈਆ ਰੇ। ਸਾਰਿਆਂ ਨੂੰ ਜਮ ਨੇ ਲੈ ਜਾਣਾ। ਮਾਨਸ ਮੂਸਾ ਬਪਰਾ ਕੀਨੋ, ਮੀਚ ਬਿਲਈਆ ਖਈਆ ਰੇ। ਮਨੁੱਖ ਜਿਹੜਾ ਹੈ ਉਹ ਚੂਹੇ ਦੀ ਨਿਆਈ ਹੈ ਤੇ ਮੌਤ ਬਿੱਲੀ ਦੀ ਤਰ੍ਹਾਂ ਹੈ। ਚੂਹਾ ਕਈ ਵਾਰੀ ਖੱਡ ਵਿੱਚ ਵੜ ਜਾਂਦਾ ਹੈ, ਪਰ ਜਿਹੜੀ ਬਿੱਲੀ ਹੈ ਨਾ ਉਹ ਉਡੀਕ ਕਰਦੀ ਰਹਿੰਦੀ ਹੈ ਤੇ ਝਪੱਟਾ ਮਾਰਦੀ ਹੈ ਤੇ ਕੁਛ ਖੁੱਡ ਵਿੱਚੋਂ ਵੀ ਕੱਢ ਲੈਂਦੀ ਹੈ। ਮਨੁੱਖ ਨੂੰ ਚੂਹੇ ਦੀ ਨਿਆਈ ਕਿਹਾ ਤੇ ਮੌਤ ਨੂੰ ਬਿੱਲੀ ਦੀ ਨਿਆਈ ਕਿਹਾ। ਮਾਨਸ ਮੂਸਾ ਬਪਰਾ ਕੀਨੋ, ਮੀਚ ਬਿਲਈਆ ਖਈਆ ਰੇ। ਧਨਵੰਤਾ ਅਰ ਨਿਰਧਨ ਮਨਹੀ, ਤਾਕੀ ਕਛੂ ਨਾ ਕਾਣੀ ਰੇ। ਮਲਕਲ ਮੌਤ ਨੇ ਜਦੋਂ ਆਉਣਾ ਹੈ ਨਾ, ਜਦੋਂ ਇਸਨੇ ਦਰਵਾਜ਼ੇ ਇਹ ਸਾਰੇ ਭੰਨੇ ਨੇ, ਭਾਵੇਂ ਕੋਈ ਧਨਵਾਨ ਹੋਵੇ ਭਾਵੇਂ ਕੋਈ ਨਿਰਧਨ ਹੋਵੇ, ਕੋਈ ਗਰੀਬ ਹੈ ਅਮੀਰ ਹੈ, ਕੋਈ ਛੋਟਾ ਹੈ ਕੋਈ ਵੱਡਾ ਹੈ, ਕੋਈ ਰਸੂਖਦਾਰ ਹੈ ਜਾਂ ਕਿਸੇ ਦੀ ਕੋਈ ਗੱਲ ਚੱਲਦੀ ਨਹੀਂ, ਇਸਨੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਧਨਵੰਤਾ ਅਰ ਨਿਰਧਨ ਮਨਹੀ, ਤਾਕੀ ਕਛੂ ਨਾ ਕਾਣੀ ਦੇ। ਕੋਈ ਕਹਾਣੀ ਵੰਡ ਨਹੀਂ ਵੀ ਇੱਕ ਅਮੀਰ ਨੂੰ ਦੇਖ ਕੇ ਤੇ ਮੌਤ ਪਿੱਛੇ ਹਟ ਜਾਏਗੀ ਵੀ ਇਹਦੇ ਕੋਲ ਤੇ ਧਨ ਹੀ ਬੜਾ, ਇਹਦੇ ਕੋਲ ਤਾਂ ਨੌਕਰ ਚਾਕਰ ਹੀ ਬੜੇ ਨੇ, ਇਹਦੇ ਕੋਲ ਤਾਂ ਸਿਕਿਉਰਟੀ ਬੜੀ ਹੈ। ਖਿਆਲ ਕਰਨਾ, ਇਹ ਕੋਈ ਵੀ ਚੀਜ਼ ਗੁਰਬਾਣੀ ਕਹਿੰਦੀ ਜਿਹੜੀ ਹੈ ਉਹ ਕਹਾਣੀ ਵੰਡ ਨਹੀਂ ਕਰਦੀ। ਦੁਨੀਆ ਨੂੰ ਦੇਖੋਗੇ ਧਿਆਨ ਨਾਲ ਤੇ ਧਨ ਦੀ ਕਹਾਣੀ ਵੰਡ ਹੈ, ਧਰਮ ਦੀ ਵੀ ਕਹਾਣੀ ਵੰਡ ਅਸੀਂ ਦੇਖ ਸਕਦੇ ਹਾਂ ਵੀ ਬ੍ਰਾਹਮਣ ਦੇ ਵਾਸਤੇ ਇਹ ਹੈ, ਖੱਤਰੀ ਵਾਸਤੇ ਇਹ ਹੈ, ਔਰ ਵੈਸ ਵਾਸਤੇ ਇਹ ਹੈ, ਸ਼ੂਦਰ ਵਾਸਤੇ ਕੋਈ ਧਰਮ ਨਹੀਂ। ਪਰ ਮੌਤ ਜਿਹੜੀ ਹੈ ਨਾ ਉਸ ਵਾਸਤੇ ਸਾਰੇ ਇੱਕੋ ਬਰਾਬਰ ਨੇ ਤੇ ਇੱਕੋ ਜਿਹੀ ਸਾਰਿਆਂ ਨੂੰ ਆਉਂਦੀ ਹੈ। ਕਿਤੇ ਕਿਸੇ ਵੀ ਬੰਦੇ ਦੀ ਪਦਵੀ ਦਾ, ਕਿਸੇ ਵੀ ਧਨ ਦੌਲਤ ਦੇ ਦਰਵਾਜ਼ੇ ਦਾ, ਮੌਤ ਜਿਹੜੀ ਹੈ ਨਾ ਉਹ ਕਦੀ ਗੁਰੇਜ਼ ਨਹੀਂ ਕਰਦੀ ਜਾਂ ਉਸਦੀ ਨਜ਼ਰ ਵਿੱਚ ਕੋਈ ਵਿਤਕਰਾ ਨਹੀਂ ਹੈ। ਇੱਕ ਹੋਰ ਦਾਸ ਬੇਨਤੀ ਕਰ ਦੇਵੇ, ਭੁਲੇਖੇ 'ਚ ਨਾ ਰਹਿਣਾ। ਤੁਸੀਂ ਸੋਚੋ ਕਿ ਅਸੀਂ ਧਰਮ ਕਰਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਸਾਨੂੰ ਮੌਤ ਨਹੀਂ ਆਉਣੀ। ਮੌਤ ਜਿਸ ਨਾਲ ਆਉਣੀ ਹੈ ਸਭ ਕੁਝ ਰੱਖਿਆ ਰਹਿ ਜਾਣਾ ਇੱਥੇ, ਇਸ ਨੇ ਵੀ ਕੰਮ ਨਹੀਂ ਆਉਣਾ, ਕਿਉਂਕਿ ਉਹ ਫਿਕਸ ਹੈ ਕੰਮ। ਜਦੋਂ ਅਸੀਂ ਸੰਸਾਰ 'ਚ ਆਏ ਨਾ, ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਲਿਖਾ ਕੇ ਆਇਆ। ਤੇ ਕੋਈ ਮੇਰੇ ਵਰਗਾ ਆਖੇ ਜੀ ਮੈਂ ਤਾਂ ਕਥਾ ਕਰਦਾ, ਕੋਈ ਆਖੇ ਜੀ ਮੈਂ ਤਾਂ ਬਾਣੀ ਪੜ੍ਹਦਾ, ਮੈਂ ਸਹਿਜ ਪਾਠ ਕਰਦਾ, ਮੈਂ ਤਾਂ ਨਿਤਨੇਮੀ ਹਾਂ। ਪਿਆਰ ਵਾਲਿਓ, ਸੱਚ ਜਾਣਨਾ, ਜਿਸ ਨਾਲ ਮੌਤ ਨੇ ਆਉਣਾ ਉਹਦੇ ਨਾਲ ਸਾਡੇ ਨਿਤਨੇਮ ਨੇ ਵੀ ਮੌਤ ਨੂੰ ਰੋਕਣਾ ਨਹੀਂ ਹੈ, ਸਗੋਂ ਨਿਤਨੇਮ ਤਾਂ ਸਾਨੂੰ ਜੀਵਨ ਜਿਉਣਾ ਸਿਖਾਉਂਦਾ ਹੈ। ਸਹਿਜ ਪਾਠ ਤਾਂ ਸਾਨੂੰ ਜ਼ਿੰਦਗੀ ਕਿਵੇਂ ਬਤੀਤ ਕਰਨੀ ਇਹ ਸਿਖਾਉਂਦਾ ਹੈ। ਕਥਾ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਕਿੱਦਾਂ ਦਾ ਜੀਵਨ ਬਤੀਤ ਕਰਨਾ। ਇਹ ਕੰਮ ਇਸ ਵਾਸਤੇ ਨਹੀਂ ਤੁਸੀਂ ਸੋਚੋ ਕਿ ਵੀ ਇਹ ਮੌਤ ਨਹੀਂ ਆਏਗੀ ਜੇ ਅਸੀਂ ਪਾਠ ਕਰਾਂਗੇ ਤੇ ਬਾਣੀ ਪੜਾਂਗੇ ਜਾਂ ਕੋਈ ਧਰਮ ਕਰਮ ਕਰਦਾ, ਐਸੀ ਬਿਲਕੁਲ ਗੱਲ ਨਹੀਂ ਜੇ ਹੈ। ਭਾਵੇਂ ਕੋਈ ਸੰਸਾਰੀ ਕਰਮ ਕਰ ਰਿਹਾ, ਭਾਵੇਂ ਕੋਈ ਧਾਰਮਿਕ ਕਰਮ ਕਰ ਰਿਹਾ, ਮੌਤ ਨੇ ਜਦੋਂ ਆਉਣਾ ਆਪਣੇ ਫਿਕਸ ਟਾਈਮ ਤੋਂ ਆ ਜਾਣਾ। ਬਾਣੀ ਨੇ ਇਹ ਸਾਨੂੰ ਸਮਝਾਇਆ। ਬਸ ਇੱਕ ਗੱਲ ਹੈ ਵੀ ਜਿਹੜਾ ਧਰਮ ਕਰਮ ਕਰਦਾ, ਬਾਣੀ ਪੜ੍ਹਦਾ, ਉਹ ਮੌਤ ਆ ਵੀ ਜਾਏ ਪਛਤਾਵਾ ਕੋਈ ਨਹੀਂ ਹੁੰਦਾ, ਤੇ ਜਿਹੜਾ ਧਰਮ ਕਰਮ ਨਹੀਂ ਕਰਦਾ ਉਹਨੂੰ ਬਹੁਤ ਸਾਰੇ ਪਛਤਾਵੇ ਰਹਿ ਜਾਂਦੇ ਨੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬਈ ਮੈਂ ਇਹ ਕੰਮ ਨਹੀਂ ਕਰ ਸਕਿਆ, ਮੈਂ ਇਹ ਕੰਮ ਨਹੀਂ ਕਰ ਸਕਿਆ। ਜਿਹੜਾ ਬਾਣੀ ਪੜ੍ਹਦਾ ਉਹਨੂੰ ਪਤਾ ਹੈ ਵੀ ਜੋ ਮੈਂ ਸਭ ਕੁਝ ਮਹਾਰਾਜ ਨੇ ਮੇਰੇ ਕੋਲੋਂ ਕਰਾ ਲਿਆ, ਨਹੀਂ ਵੀ ਕੀਤਾ ਕਹਿੰਦੇ ਮਹਾਰਾਜ ਤੂੰ ਆਪੇ ਕਰਨ ਵਾਲਾ, ਉਹਨੂੰ ਕੋਈ ਪਰਵਾਹ ਨਹੀਂ। ਬਸ ਇਸ ਕਰਕੇ ਬਾਣੀ ਪੜ੍ਹਨੀ ਹੈ ਗੁਰਸਿੱਖੋ। ਇਸ ਬਾਣੀ ਦਾ ਇੱਕ ਪ੍ਰਤਾਪ ਹੈ। ਸਤਿਗੁਰ ਨੇ ਬਾਣੀ 'ਚ ਲਿਖਿਆ ਕਿ ਜਿਹੜੇ ਵਿਕਾਰ ਰੂਪੀ ਜਮਦੂਤ ਨੇ, ਜਦੋਂ ਤੁਸੀਂ ਸਾਡੇ ਜੀਵਨ 'ਚ ਬਾਣੀ ਕਰ ਕਰ ਜਾਂਦੀ ਤੇ ਉਸ ਨੂੰ ਮਨ ਕਹਿੰਦੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਇੱਕ ਜਮਦੂਤ ਤੇ ਨੇ ਧਰਮ ਰਾਜੇ ਦੇ, ਤੇ ਇੱਕ ਜਮਦੂਤ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹ ਵੀ ਜਮਦੂਤ ਕਿਹਾ ਬਾਣੀ ਨੇ ਕਈ ਵਾਰੀ ਇਹਨਾਂ ਨੂੰ। ਤੁਸੀਂ ਬਾਣੀ ਨੂੰ ਧਿਆਨ ਨਾਲ ਪੜ੍ਹੋਗੇ ਨਾ ਤੇ ਸਤਿਗੁਰ ਨੇ ਇਹਨਾਂ ਨੂੰ ਵੀ ਜਮਦੂਤ ਕਿਹਾ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ ਤੇ ਬਾਣੀ ਦੇ ਐਸਾ ਅਸਰ ਜੀਵਨ ਤੇ ਹੋ ਜਾਂਦਾ ਹੈ, ਪ੍ਰਤਾਪ ਤੁਮਾਰਾ ਦੇਖ ਕੇ, ਤੁਹਾਡਾ ਪ੍ਰਤਾਪ ਬਾਣੀ ਦਾ ਅਸਰ। ਇਹ ਜਿਹੜੇ ਜਮਦੂਤ ਨੇ ਨਾ ਕਾਮ ਕ੍ਰੋਧ ਲੋਭ ਅਹੰਕਾਰ, ਇਹ ਛੱਡ ਕੇ ਚਲੇ ਜਾਂਦੇ ਨੇ। ਇਹਨਾਂ ਨੂੰ ਸਤਿਗੁਰ ਨੇ ਇਸ ਤਰ੍ਹਾਂ ਵੀ ਕਿਹਾ ਕਿ ਨਸ ਬੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤੈ ਦਹਨ ਭਇਆ ਗੋਬਿੰਦ ਪ੍ਰਗਟਾਇਆ। ਗੋਬਿੰਦ ਪ੍ਰਗਟ ਹੋ ਗਿਆ, ਦੂਤਾਂ ਨੂੰ ਸਾੜਾ ਪੈ ਗਿਆ ਵਿਕਾਰਾਂ ਨੂੰ। ਜਦੋਂ ਕਰਤਾ ਘਰ ਵਿੱਚ ਆ ਜਾਏਗਾ ਨਾ, ਉਸ ਵੇਲੇ ਸਾਡਾ ਪ੍ਰਤਾਪ ਬਣੇ। ਬਾਣੀ ਪੜ੍ਹ ਕੇ ਪ੍ਰਤਾਪ ਬਣਦਾ ਇਹ ਕਿ ਵਿਕਾਰ ਜੀਵਨ 'ਚੋਂ ਦੌੜ ਜਾਂਦੇ ਨੇ, ਬੁਰਾਈਆਂ ਦੌੜ ਜਾਂਦੀਆਂ ਨੇ, ਔਗੁਣ ਚਲੇ ਜਾਂਦੇ ਹਨ।
ਇਹੀ ਹੈ ਬਾਣੀ ਦਾ ਲਾਭ। ਔਰ ਤੁਸੀਂ ਕਹੋ ਕਿ ਮੈਂ ਤਾਂ ਜੀ ਬਾਣੀ ਪੜ੍ਹਨਾ ਤੇ ਮੈਨੂੰ ਮੌਤ ਨਹੀਂ ਆਉਣੀ, ਸੇ ਭਾਈ ਗੁਰਸਿੱਖਾ ਭੁਲੇਖੇ ਵਿੱਚ। ਬਾਣੀ ਤਾਂ ਸਾਰੇ ਆਖ ਹੀ ਇਹ ਰਹੀ ਹੈ ਕਿ ਹਮ ਆਦਮੀ ਹਾਂ ਇੱਕਦਮੀ। ਬਸ ਗੁਰੂ ਨਾਨਕ ਦੇ ਸਿਧਾਂਤ ਨੂੰ ਪਕੜ ਕੇ ਚੱਲੀਏ। ਤੇ ਮੈਂ ਬੇਨਤੀ ਇਹ ਕਰਦਾ ਪਿਆ ਸੀ, ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨੇ ਕਿ ਧਨਵੰਤਾ ਅਰ ਨਿਰਧਨ ਮਨਹੀ ਤਾਕੀ ਕਛੂ ਨ ਕਾਣੀ ਰੇ। ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਵਿਡਾਣੀ ਰੇ। ਕੋਈ ਰਾਜਾ ਹੋਵੇ, ਕੋਈ ਪਰਜਾ ਹੋਵੇ, ਕਾਲ ਸਾਰਿਆਂ ਵਾਸਤੇ ਬਰਾਬਰ ਹੈ। ਤੇ ਅੱਜ ਜੋ ਕਰੋਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਕੰਗਾਲ ਹੈ, ਤੇ ਜਿਹਦੀ ਲਿਖੀ ਗਈ ਨਾ ਉਸਨੂੰ ਜਾਣਾ ਹੀ ਹੈ। ਭਾਵੇਂ ਬੰਦਾ ਕਹਿੰਦਾ ਵੀ ਸਹੂਲਤਾਂ ਨੇ, ਸਹੂਲਤਾਂ ਵੀ ਨਹੀਂ ਰੋਕ ਸਕਦੀਆਂ ਜੇ ਮਾਫ਼ ਕਰਨਾ। ਕੋਈ ਇਸ ਭੁਲੇਖੇ ਵਿੱਚ ਹੋਵੇ ਨਾ ਕਿ ਬੰਦਾ ਅਮੀਰ ਹੈ ਤੇ ਉਹਦੇ ਕੋਲ ਸਹੂਲਤਾਂ ਨੇ, ਡਾਕਟਰੀ ਇਲਾਜ ਕਰਾ ਲਏਗਾ। ਜੇ ਮੌਤ ਦਾ ਸੱਦਾ ਆ ਗਿਆ ਨਾ, ਜੇ ਫੁਰਮਾਨ ਆ ਗਿਆ, ਮਲਕਲ ਮੌਤ ਜਦੋਂ ਆ ਗਈ ਨਾ, ਤੇ ਫਿਰ ਉਹ ਨਹੀਂ ਦੇਖਦੀ ਨਾ। ਉਸਨੇ ਇਹ ਵੇਖਣਾ ਵੀ ਇਸ ਬੰਦੇ ਨੂੰ ਕਿਤਨੇ ਅਵਾਰਡ ਮਿਲੇ ਹੋਏ ਨੇ, ਇਹ ਕੋਈ ਫਿਲਮ ਸਟਾਰ ਹੈ, ਦੂਜਾ ਤੀਜਾ ਹੈ। ਜਦੋਂ ਮੌਤ ਨੇ ਆਉਣਾ ਤਾਂ ਮੌਤ ਨੇ ਪੈਸਾ ਨਹੀਂ ਦੇਖਣਾ, ਉਸਨੇ ਆ ਜਾਣਾ। ਜਦੋਂ ਤੁਹਾਡੀ ਲਿਖੀ ਗਈ ਨਾ, ਜਿਨਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਪਾਈ, ਜਿਨ੍ਹਾਂ ਦੀ ਚਿੱਠੀ ਆ ਗਈ ਨਾ, ਮਲਕਲ ਮੌਤ ਜਾਂ ਆਪਸੀ, ਇਹ ਚਿੱਠੀ ਹੈ ਪਰਮਾਤਮਾ ਦੀ, ਉਹਨਾਂ ਨੂੰ ਸੰਸਾਰ ਤੋਂ ਜਾਣਾ ਹੀ ਪੈਣਾ। ਜੋ ਗੁਰੂ ਨਾਨਕ ਪਾਤਸ਼ਾਹ ਜੀ ਬਾਬਰ ਬਾਣੀ ਵਿੱਚ ਸਾਨੂੰ ਸਮਝਾਉਂਦੇ ਵੀ ਚਿੱਠੀ ਜੇ ਲਿਖੀ ਗਈ ਨਾ ਪਰਮਾਤਮਾ ਦੇ ਘਰੋਂ, ਔਰ ਉਹ ਭੇਜ ਦਿੱਤੀ ਗਈ ਉੱਥੋਂ, ਤੇ ਉਹਨਾਂ ਨੂੰ ਸੰਸਾਰ ਵਿੱਚੋਂ ਜਾਣਾ ਪੈਂਦਾ ਹੈ। ਉੱਥੇ ਸਾਡਾ ਜ਼ੋਰ ਨਹੀਂ ਚੱਲਦਾ। ਇਸ ਕਰਕੇ ਗੁਰਬਾਣੀ ਨੇ ਆਖਿਆ ਕਿ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ। ਜਿੱਥੇ ਤੇਰਾ ਜ਼ੋਰ ਨਾ ਚੱਲਦਾ ਹੋਵੇ ਉੱਥੇ ਨਮਸਕਾਰ ਕਰਨੀ ਬਣਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਕਿ ਜਦੋਂ ਮੌਤ ਨੇ ਆਉਣਾ, ਨਾ ਰਾਜਾ ਨੇ ਵੇਖਣਾ, ਨਾ ਪ੍ਰਜਾ ਦੇਖਣਾ, ਕੌਣ ਹੈ ਗਰੀਬ ਅਮੀਰ, ਕੁਛ ਨਹੀਂ ਦੇਖਣਾ। ਸਮਕਰ ਮਾਰੈ, ਸਾਰਿਆਂ ਨੂੰ ਇੱਕ ਬਰਾਬਰ ਹੈ ਮੌਤ। ਰਾਜਾ ਪ੍ਰਜਾ ਸਮਕਰ ਮਾਰੈ ਐਸੋ ਕਾਲ ਵਿਡਾਣੀ ਨੇ। ਕਾਲ ਇਤਨਾ ਵਿਡਾਣੀ ਡਾਡਾ ਹੈ ਕਿ ਸਾਰਿਆਂ ਵਾਸਤੇ ਇੱਕੋ ਜਿਹਾ ਹੈ, ਕੋਈ ਗੁਰੇਜ਼ ਨਹੀਂ ਵੀ ਇਹ ਰਾਜਾ ਹੈ, ਕੋਈ ਗੁਰੇਜ਼ ਨਹੀਂ ਇਹ ਪ੍ਰਜਾ ਹੈ। ਤੇ ਜਦੋਂ ਮੌਤ ਨੇ ਆਉਣਾ, ਸਾਰੇ ਦਰਵਾਜ਼ੇ ਭੰਨ ਦੇਣੇ ਨੇ, ਤੇ ਅੱਗੇ ਕੀ ਹੋਣਾ? ਤਿੰਨਾਂ ਪਿਆਰੀਆਂ ਭਾਈਆਂ ਅੱਗੇ ਦਿੱਤਾ ਬਨ। ਜਿਹੜੇ ਪਿਆਰੇ ਭਰਾ ਸਨ, ਸਾਗ ਸੰਬੰਧੀ ਸਨ, ਦੋਸਤ ਮਿੱਤਰ ਸਨ, ਜਦੋਂ ਬੰਦਾ ਮਰ ਜਾਂਦਾ ਹੈ ਤੇ ਉਸ ਨੂੰ ਫਿਰ ਅਰਤੀ ਤੇ ਰੱਖ ਕੇ ਨਾ ਉਹ ਬੰਨ ਦਿੱਤਾ ਜਾਂਦਾ ਹੈ ਜੀ। ਸਾਰੇ ਜਿਹੜੇ ਨੇ ਉਹਨੂੰ ਬੰਨ ਕੇ ਤੇ ਲੈ ਕੇ ਚੱਲ ਪੈਂਦੇ ਹਨ, ਕਿਉਂਕਿ ਮੌਤ ਇੱਕ ਐਸੀ ਸੱਚਾਈ ਹੈ। ਖੁਰ ਸ਼ਬਦ ਸਤਿਗੁਰਾਂ ਨੇ ਆਖਿਆ ਕਿ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਰੇ ਬੋਰੇ ਤੋਏ ਘਰੀ ਨ ਰਾਖੈ ਕੋਈ ਤੂੰ ਰਾਮ ਨਾਮ ਜਪ ਸੋਈ। ਕਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ। ਕੱਢ ਫੂਟੈ ਕੋਈ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ। ਸਾਰਿਆਂ ਨੇ ਕਹਿਣਾ ਹੁਣ ਕੱਢੋ। ਬਨ ਕੇ ਅਗਲੀ ਪ੍ਰਕਿਰਿਆ ਕੀ ਹੈ? ਜਦੋਂ ਕਿ ਬੰਦੇ ਨੂੰ ਰੱਖ ਕੇ ਅੜਤੀ ਤਿਆਰ ਹੋ ਗਈ, ਬੰਨ ਦਿੱਤਾ ਚੰਗੀ ਤਰੀਕੇ ਦੇ ਨਾਲ। ਵੇਖੋ ਬੰਦਾ ਚੱਲਿਆ। ਬਾਬਾ ਫਰੀਦ ਕਹਿੰਦੇ ਵੇਖੋ ਬੰਦਾ ਹੁਣ ਜਾ ਰਿਹਾ ਹੈ। ਜਿਹੜਾ ਬੰਦਾ ਅੱਗੇ ਕਈਆਂ ਨੂੰ ਤੋਰ ਕੇ ਆਇਆ ਸੀ ਨਾ, ਕਈਆਂ ਦੇ ਅੜਤੀ ਦੇ ਨਾਲ ਗਿਆ ਸੀ, ਔਰ ਇਹ ਭੁੱਲ ਕੇ ਬੈਠਾ ਹੋਇਆ ਸੀ ਕਿ ਮੈਂ ਵੀ ਜਾਣਾ। ਦੇਖੋ ਅੱਜ ਉਹ ਬੰਦਾ ਜਾ ਰਿਹਾ ਹੈ। ਚੌਹਾਂ ਜਣਿਆਂ ਦੇ ਕੰਨ ਦਾ, ਇਹਨੂੰ ਕੰਨ ਪਾੜ ਨਹੀਂ ਕਰਾਂ, ਕੰਨ ਹਾਹਾ ਥੱਲੇ ਲੱਗਿਆ ਹੋਇਆ। ਪਾਓ ਕਿ 4 ਬੰਦਿਆਂ ਦੇ ਮੋਢਿਆਂ ਤੇ ਦੇਖੋ ਬੰਦਾ ਹੁਣ ਜਾ ਰਿਹਾ ਹੈ। ਜਿਹੜਾ ਮੌਤ ਨੂੰ ਭੁਲਾ ਕੇ ਬੈਠਾ ਹੋਇਆ ਸੀ, ਇਸ ਰਿਜ਼ਕ ਦੀ ਤਲਾਸ਼ ਵਿੱਚ ਹੀ ਲੱਗਿਆ ਹੋਇਆ ਸੀ, ਇਸ ਦੇਹ ਦੀ ਨਹੀਂ ਪਾਲਣ ਤੇ ਲੱਗਿਆ ਹੋਇਆ ਸੀ। ਅੰਨ ਪਾਣੀ ਖੁਰਾਕ ਇਸ ਵਾਸਤੇ ਦੌੜ ਰਿਹਾ ਸੀ ਵੀ ਰਿਜ਼ਕ ਦੀ ਪ੍ਰਾਪਤੀ ਕਰ ਲਵਾਂ। ਪਰ ਰਿਜ਼ਕ ਲੱਭਦੇ ਲੱਭਦੇ ਰਿਜ਼ਕ ਵਿੱਚ ਗਲਤਾਨ ਹੋਇਆ। ਦੇਖੋ ਮੌਤ ਆ ਵੀ ਗਈ ਤੇ ਬੰਦਾ ਜਿਹੜਾ ਨਾ, ਦੇਖੋ 4 ਬੰਦਿਆਂ ਦੇ ਮੋਢੇ ਤੇ ਹੁਣ ਤੁਰਿਆ ਜਾ ਰਿਹਾ ਹੈ। ਤੇ ਪੁਰਾਤਨ ਸਮਾਂ ਹੁੰਦਾ ਸੀ ਕਿ 4 ਬੰਦੇ ਮੋਢੇ ਤੇ ਚੁੱਕ ਕੇ ਲੈ ਜਾਂਦੇ। ਹੁਣ ਤੇ ਉਹ ਵੀ ਸਮਾਂ ਨਹੀਂ ਰਿਹਾ। ਹੁਣ ਤੇ ਬੰਦੇ ਕਹਿੰਦੇ ਸਿੱਧਾ ਹੀ ਮੋਢਾ ਲਾਉਣ ਨੂੰ ਕੋਈ ਤਿਆਰ ਨਹੀਂ। ਮਾਫ਼ ਕਰਨਾ, ਭਾਵੇਂ ਜਾਣਾ ਸਾਰਿਆਂ ਨੇ, ਪਰ ਅੱਜ ਦਾ ਬੰਦਾ ਮੋਢਾ ਦੇਣ ਨੂੰ ਤਿਆਰ ਨਹੀਂ।
ਸਗੋਂ ਬੰਦਾ ਕੀ ਕਰਦਾ ਵੀ ਸਿੱਧੀ ਗੱਡੀ ਮੰਗਾਓ, ਘਰੋਂ ਰੱਖੋ ਤੇ ਜਾ ਕੇ ਸ਼ਮਸ਼ਾਨ ਘਾਟ ਉਤਾਰ ਦਿਓ। ਤੇ ਮੈਂ ਤੇ ਇੱਦਾਂ ਦੇ ਵੀ ਕੇਸ ਦੇਖ ਰਿਹਾ ਕਿ ਲੋਕਾਂ ਵਿੱਚ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ ਕਿ ਹੁਣ ਤਾਂ ਸ਼ਮਸ਼ਾਨ ਘਾਟ ਜਿੱਥੇ ਜਾ ਕੇ ਸੰਸਕਾਰ ਕਰਨਾ, ਕਈ ਕਹਿੰਦੇ ਗੱਡੀ ਵੀ ਉੱਥੇ ਹੀ ਲੈ ਕੇ ਚਲੋ, ਵੀ ਚਲੋ 2 ਕਦਮ ਤੁਸੀਂ ਪੈਦਲ ਤੁਰ ਲਓ। ਔਰ ਜੋ ਕਿ ਇਸ ਬਾਰੇ ਜੋ ਧਰਮ ਦੇ ਲੋਕ ਕਹਿੰਦੇ ਨੇ ਕਿ ਇਹ ਬੜਾ ਪੁੰਨ ਹੈ ਕਿਸੇ ਅਰਤੀ ਨੂੰ ਮੋਢਾ ਦੇਣਾ ਜਾਂ ਹੱਥ ਲਾਉਣਾ, ਪਰ ਅੱਜ ਬੰਦਾ ਉਹਨੂੰ ਅਛੂਤ ਸਮਝਦਾ ਹੈ। ਜੋ ਜਾਣਿਆ ਸਾਰਿਆਂ ਨੇ ਤੇ ਬੰਦਾ ਹੱਥ ਨਹੀਂ ਲਾਉਣਾ ਚਾਹੁੰਦਾ। ਪਰ ਬਾਬਾ ਫਰੀਦ ਕਹਿੰਦੇ ਦੇਖੋ ਕਿ ਉਹ ਬੰਦਾ ਜਿਹੜਾ ਹੈ ਨਾ, ਜਿਹੜਾ ਸੰਸਾਰ ਦੇ ਵਿੱਚ ਮਸਤ ਸੀ, ਅੱਜ ਮੌਤ ਨੇ ਆਉਣਾ, ਜਿਹੜਾ ਸੰਸਾਰ ਦੇ ਜਿਉਣ ਦੀ ਆਸ ਲੈ ਕੇ ਬੈਠਾ ਹੋਇਆ ਸੀ। ਇਹ ਸਮਝਾ ਰਹੇ ਥੇ ਕਿ ਬੰਦੇ ਦੇ ਅੰਦਰ ਇੱਥੇ ਜਿਉਣ ਦੀ ਆਸ ਹੈ ਬੜੀ, ਵੀ ਮੈਂ ਮਰਾਂ ਨਾ ਕਦੀ ਵੀ, ਮੈਨੂੰ ਮੌਤ ਨਾ ਆਵੇ ਕਦੀ। ਕਹਿੰਦੇ ਨੇ ਅੱਜ ਸਾਰਾ ਕੁਝ ਹੋ ਗਿਆ, ਉਹ ਬੰਦਾ ਚੱਲਿਆ, ਚੋਹ ਜਣਿਆਂ ਦੇ ਕੰਨ, ਚੋਹਾਂ ਬੰਦਿਆਂ ਦੇ ਮੋਢੇ ਤੇ ਅੱਜ ਉਹ ਬੰਦਾ ਜਾ ਰਿਹਾ ਹੈ। ਹੁਣ ਸੰਸਾਰ ਤੋਂ ਤੁਰ ਗਿਆ, ਲੀਲਾ ਖਤਮ ਹੋ ਗਈ। ਦੇਖੋ ਸਾਰਾ ਪਰਿਵਾਰ ਲੜ ਛੜਕਾਏ ਤਰਿਆ ਰੋਵੈ, ਹੰਸ ਇਕੱਲਾ ਜਾਈ। ਅੱਲਾ ਜੋ ਇਸਤਰੀ ਜਿਹੜੀ ਹੈ ਉਹ ਵਾਲ ਖਿਲਾਰ ਕੇ ਰੋਂਦੀ ਹੈ, ਤੇ ਜੋ ਦਿਓਹਰੀ ਬੈਠੀ ਮਾਤਾ ਰੋਵੈ, ਖਟਿਆ ਲੈ ਗਏ ਭਾਈ। ਉਹ ਪੁਰਾਣੇ ਟਾਈਮ ਦੇ ਵਿੱਚ ਖੱਟ ਦੇ ਵਾਂਗ ਹੀ ਬਣਾ ਕੇ ਲੈ ਜਾਂਦੇ ਸਨ, ਉਹਨੂੰ 4 ਮੋਢੇ ਦਿੰਦੇ ਹੁੰਦੇ ਸਨ। ਤੇ ਜੋ ਘਰ ਬੈਠ ਕੇ ਮਾਂ ਰੋਂਦੀ ਹੈ, ਦਿਓਹਰੀ ਬੈਠੀ ਮਾਤਾ ਰੋਵੈ, ਤੇ ਜੋ ਖਟਿਆ ਲੈ ਗਏ ਭਾਈ, ਜਿਹੜਾ ਲੈ ਕੇ ਉਹਨੂੰ ਮੋਢੇ ਤੇ ਚੁੱਕ ਕੇ ਭਰਾ ਲੈ ਗਏ, ਆਖਣ ਲੱਗੇ ਲੜ ਛੜਕਾਏ ਤਰਿਆ ਰੋਵੈ, ਹੰਸ ਇਕੱਲਾ ਜਾਈ। ਜਿਹੜੀ ਇਸਤਰੀ ਹੈ ਉਹ ਜੋ ਆਪਣੇ ਵਾਲ ਖਿਲਾਰ ਕੇ ਰੋਂਦੀ ਹੈ, ਪਰ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਦੇਖੋ ਹੰਸ ਅੱਜ ਇਕੱਲਾ ਹੀ ਜਾ ਰਿਹਾ ਹੈ। ਭਾਵੇਂ 4 ਬੰਦੇ ਹੋਣ ਪਰ ਆਤਮਾ ਦੇ ਨਾਲ ਤਾਂ ਕੋਈ ਨਹੀਂ ਨਾ। ਸਰੀਰ ਨੂੰ ਹੋ ਸਕਦਾ 4 ਬੰਦੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਜਾਣ, ਪਰ ਕਹਿੰਦੇ ਹੰਸ ਤਾਂ ਇਕੱਲਾ ਹੀ ਹੈ। ਅੱਜ ਹੰਸ ਦੇ ਨਾਲ ਨਾ ਉਸਦੀ ਪਤਨੀ ਹੈ, ਨਾ ਪਤੀ, ਉਸਦਾ ਪਰਿਵਾਰ ਹੈ, ਨਾ ਭਰਾ ਨੇ, ਨਾ ਇਹ ਧਨ ਹੈ, ਕੋਈ ਵੀ ਨਾਲ ਨਹੀਂ। ਹੁਣ ਸਰੀਰ ਨੇ ਤਾਂ ਯਾਤਰਾ ਕਰ ਲਈ, ਸ਼ਮਸ਼ਾਨ ਘਾਟ ਪਹੁੰਚ ਗਿਆ, ਪਰ ਬੰਦਾ ਜਿਹੜਾ ਹੰਸ ਇਕੱਲਾ ਜਾ ਰਿਹਾ ਹੈ, ਉਸਦੀ ਯਾਤਰਾ ਕੀ ਹੈ? ਉਹ ਆਖਣ ਲੱਗੇ, ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਹੰਸ ਨੇ, ਜੀਵ ਆਤਮਾ ਨੇ ਜਿਹੜੇ ਅਮਲ ਸੰਸਾਰ ਵਿੱਚ ਕੀਤੇ, ਹੈ ਫਰੀਦ, ਜਿਹੜੇ ਅਮਲ ਦੇ ਕੰਮ ਕੀਤੇ, ਅਮਲੀ ਜੀਵਨ ਜੋ ਜੀਵਿਆ ਹੈ, ਜਿਹੜੇ ਸ਼ੁਭ ਕਰਮ ਸੰਸਾਰ ਦੇ ਵਿੱਚ ਰਹਿ ਕੇ ਕੀਤੇ ਨੇ, ਤੇ ਪਿਆਰ ਵਾਲਿਓ ਸੱਚ ਜਾਣਨਾ, ਉਸ ਵੇਲੇ ਫਿਰ ਉਹ ਕੰਮ ਹੀ ਸਹੀ ਹੁੰਦਾ। ਨਾ ਉੱਥੇ ਮਾਤਾ ਨੇ ਜਾਣਾ, ਉਸ ਨੂੰ ਬਾਣੀ ਨੇ ਕਿਹਾ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਨਾਮ ਉਹਾਂ ਤੇਰੇ ਸੰਗ ਸਹਾਈ। ਜਿੱਥੇ ਮਾਤਾ ਪਿਤਾ ਨੇ ਕਿਤੇ ਤੇਰਾ ਮਦਦਗਾਰ ਨਹੀਂ ਹੋਣਾ, ਉੱਥੇ ਕੇਵਲ ਨਾਮ ਨੇ ਤੇਰਾ ਸਾਈ ਹੋਣਾ। ਜੈ ਮੁਸ਼ਕਲ ਹੋਵੇ ਤੇ ਪਹਾੜੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਜਿੱਥੇ ਬੜਾ ਔਖਾ ਹੋਣਾ ਤੇਰੇ ਅੱਗੇ, ਉੱਥੇ ਨਾਮ ਨੇ ਤੇਰਾ ਉद्धार ਕਰਨਾ ਹੈ, ਅਮਲਾਂ ਨੇ ਉद्धार ਕਰਨਾ ਹੈ। ਆਓ ਕਿ ਕੇਵਲ ਜੀਵਨ ਦੇ ਉਸ ਪੈਂਡੇ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ, ਬਾਬਾ ਫਰੀਦ ਜੀ ਦੀ ਰਸਨਾ ਤੇ ਬੈਠ ਕੇ, ਕਿ ਤੇਰੇ ਕੀਤੇ ਭਲੇ ਕੰਮ, ਸ਼ੁਭ ਅਮਲ ਜਿਹੜੇ ਨੇ ਉਹੀ ਸਹਾਇਤਾ ਕਰਨਗੇ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਾਹ ਆਏ ਕੰਮ। ਜੋ ਦੁਨੀਆ ਵਿੱਚ ਰਹਿ ਕੇ ਕੀਤੇ ਅਮਲ ਸਨ, ਉਹੀ ਪਰਮਾਤਮਾ ਦੀ ਦਰਗਾਹ ਵਿੱਚ ਕੰਮ ਆਉਂਦੇ ਹਨ। ਇਸ ਨੂੰ ਮੈਂ ਇਸ ਤਰ੍ਹਾਂ ਵੀ ਕਹਿੰਦਾ ਹੈ, ਇੱਕ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਜਾਣ ਵਾਲਾ ਜੋ ਤੋਸਾ ਅਸੀਂ ਤਿਆਰ ਕੀਤਾ ਹੈ, ਜਿੱਥੇ ਉੱਥੇ ਉਹ ਕੰਮ ਆਉਂਦਾ। ਸੰਸਾਰ ਵਿੱਚ ਕੀਤੇ ਹੋਏ ਭਲੇ ਕੰਮ, ਜਿੱਥੇ ਤੱਕ ਮੈਨੂੰ ਕਈ ਵਾਰੀ ਲੱਗਦਾ ਕਿ ਲੋਕ ਇੱਥੇ ਉਹਨਾਂ ਭਲੇ ਕੰਮਾਂ ਨੂੰ ਚੇਤੇ ਕਰਦੇ ਹੈ। ਭਲੇ ਕੰਮਾਂ ਦੇ ਅਨੁਸਾਰ ਲੋਕਾਂ ਦੇ ਵਿੱਚ ਬੰਦੇ ਦੇ ਜਾਣ ਪਿੱਛੋਂ ਵੀ ਗੱਲ ਹੁੰਦੀ, ਇਹ ਬੰਦਾ ਕੋਈ ਚੰਗੇ ਕੰਮ ਕਰਕੇ ਗਿਆ। ਆਓ ਕਿ ਅੰਤ ਚੰਗੇ ਕੰਮ ਹੀ ਸਲਾਏ ਜਾਂਦੇ ਹਨ, ਪਰ ਜਿਹੜਾ ਮਨੁੱਖ ਮਾੜੇ ਕੰਮ ਕਰਦਾ ਉਸਨੂੰ ਸਾਰੇ ਕਹਿੰਦੇ ਨੇ ਚੰਗਾ ਹੋਇਆ ਚਲਾ ਗਿਆ। ਪਹਿਲਾਂ ਹੀ ਚਲਾ ਜਾਂਦਾ ਚੰਗਾ ਹੁੰਦਾ, ਚਲੋ ਹੁਣ ਵੀ ਚਲਾ ਗਿਆ ਤਾਂ ਚੰਗਾ ਹੀ ਹੋਇਆ। ਪਰ ਕੋਈ ਚੰਗੇ ਕੰਮ ਕਰਕੇ, ਕੋਈ ਅਮਲੀ ਜੀਵਨ ਜੀ ਕੇ ਤੇ ਸੰਸਾਰ ਵਿੱਚ ਉਸਦੇ ਜਾਣ ਦਾ ਦੁੱਖ ਹੁੰਦਾ ਹੈ। ਜਿਨ੍ਹਾਂ ਨੇ ਰਿਜਕ ਤੋਂ ਉੱਪਰ ਉੱਠ ਕੇ ਰਾਜਕ ਨੂੰ ਸਿਮਰਿਆ, ਇਸ ਸੰਸਾਰ ਦੇ ਵਿੱਚ ਗਲਤਾਨ ਹੋਣ ਤੋਂ ਬਚ ਕੇ
परमात्मा के नाम विच जिहड़े जुड़े ते परमात्मा नूं सारे मनुखां विच देख के उस मानवता की सेवा कीती ना प्यार वालिओ। ते सच जानना वो मनुख जिहड़े ने वो संसार दे विच सुरखरू होके जांदे है और इत्थे भी वो काम सुरखरू करते हैं। इत्थे भी साडी सुरत नूं आज़ाद करते हैं। साडे जीवन नूं इत्थे भी संसार विच चिंता तो झोरियां तो दुखां तो बचाते हैं। ते वाहिगुरू की दरगाह दे विच भी कीते हुए शुभ अमल वो कम आउंदे है। ये बाबा जी सानू जीवन की जाच बख्श रहे हैं बाबा फरीद जी, और सानू ये गल समझाना चाहते हैं भी मौत ने आना है। जिन्हां इंद्रियां नूं सवारन वास्ते तू इतना यतन कर रहे हैं, मनुख का यतन करता है, इन्हां नूं सही रखण का यतन करता है, बड़ा कुछ मनुख कर रहा है। पर जिस नाल मौत ने आना ये सारे इंद्रिय नकारा हो जाने हैं ते मौत के फरिश्ते ने अगे बन के तोर लैना है और बंदे की यात्रा चौहों बंदियां दे मोढियां ते फिर जो पूरी हो जानी है। उत्थे जाके तो सर्व अमलों का नवेड़ा। उसनूं मारे ने आख्या कि नानक आखै रेम न सुनिया सिख सही, लेखा रब मंगेसिया बैठा कड़ वही। उत्थे वही कढ़ लैनी है तो लेखा होना। सबना का दर लेखा होए, करनी बाजो तरह ना कोई। एक तुसी रोज़ जपजी साहब च पढ़ते हो, उन्होंने महाराज कहते ने करमी करमी होए विचार, सच्चा आ सच्चा दरबार। उत्थे तेरे के कर्म की विचार होनी है परमात्मा की दरगाह विच, एक एक अमल की तेरी विचार होनी है परमात्मा के घर विच। करमी करमी होए विचार, सच्चा आप सच्चा दरबार। ये नाल समझा रहे हैं कि भुलेखे च ना रही। जिवें संसार दे विच कई बार तू माड़े काम करदा है पर रिश्वत दे के बच जाना। इत्थे बड़े लोग ने जिहड़े रिश्वत लैके बंदे तो झूठ नूं सच ते सच नूं झूठ कर दिंदे। और गुरु सागर ने एक गल तो यह है कि उसकी जिहड़ी कचहरी है वो सच्चाई है, आप भी सच है तो वह दरबार उसकी जिहड़ी कचहरी लगती वो भी सच्ची। उत्थे रिश्वत नहीं चलती। बंदे नूं समझा रहे उत्थे तू सोचे ना भी कोई पैसे दे के मैं उसकी कचहरी चों बच जावांगा या सुरखरू हो जावांगा, मेरा न्याय बदलिया जा सकता है। महाराज कहते नहीं भाई, वो दरबार भी सच्चा है तो वो आप भी सच्चा है। उसकी दरगाह के अंदर तेरी रिश्वतां प्रमाण नहीं होणगियां। वो तेरे कहण तो खोटा नहीं हुंदा, वो सच्चा है तो सच्चा ही है, उन्हें झूठे नहीं हो जाना। करमी करमी होए विचार, सच्चा आप सच्चा दरबार। तिथै सोहन पंच परवान। पंच परवान का अर्थ है संत जन। उत्थे सोभदे हन संत जन। तिथै सोहन पंच परवान, नदरी करम पवै निशान। कच पकाई ओथै पाए। साधु कहने कच पकाई जो तू माड़े काम कीते ने, जो इत्थे संसार दे विच कच्चियाइयां ने तेरियां जीवन दे अंदर, तेरे अमल चंगे नहीं रहे। कच पकाई जो तू कचियाई कीती है ना जीवन दे अंदर, उत्थे पाए, उत्थे जाके उसका फल मिलना है। अमलों का निवेड़ा मालक की दरगाह विच है। कच पकाई उत्थे पाए, नानक गया जापै जाए। है नानक उत्थे गया ही जाके पता लगता है भी किहड़े काम चंगे सन किहड़े माड़े सन। और भुलेखे च ना पैना। कई बार असी माड़े काम कर रहे होंदे ने पर कई बार उन्होंने समझ लेंदे भी असी बहुत चंगे काम कर रहे हैं। भावें वो गुरु के मुताबिक परवान नहीं उत्थे काम तो असी कर रहे हैं, असी सोचते हैं भी शायद चंगा ही कर रहे हैं। नहीं भाई, उत्थे तो अमला ते नवेड़ा होना है। उत्थे जाके पता लगना है भी ये काम मैं करता रहा भी ये ठीक सी या गलत सी। एक बीबी ना वो कई बारी झाड़ू मारन सवेरे आउंदी सी ते संगत बैठी होंदी सी, उन्होंने उत्ते झाड़ू मारी जाती। मैं कहा इदां दे काम ना करया कर तूं। कई बारी समझाया वो हटदी नहीं। जदों परमात्मा ने वक्त पाया फिर मैनूं कहंदी अरदासा करो। मैं कि जदों मैं कहंदा सी मैं कि हट जा तूं, कहने हुण एहसास होया। लोगों को जिंदगी किसी के कहण का भी असी लोग अजकल मतलब नहीं समझते भी कोई क्यों कह रहा है। वो समझते जी मैं तो सेवा करदी हाँ जी, मैनूं तुसीं सेवा करन तो हटाउंदे। क्योंकि सेवा करन का अर्थ की है भी मैं बैठा तो मेरे उत्ते झाड़ू मार के सारा कूड़ा करकट कर दे, ये सेवा तेरी? सेवा का मतलब की है तेरा? तू कहनी मैं सेवा करनी है।
ਦੇਖੋ ਸੇਵਾ ਦੇ ਬਾਰੇ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਮਹਾਰਾਜਾ ਆਲਾ ਸਿੰਘ, ਜਿਨ੍ਹਾਂ ਦੇ ਨਾਮ ਤੋਂ ਪਟਿਆਲਾ, ਉਹਨਾਂ ਦੀ ਪੱਟੀ ਤੋਂ ਮਹਾਰਾਜਾ ਆਲਾ ਸਿੰਘ ਤੋਂ ਬਣਿਆ ਪਟਿਆਲਾ, ਤੇ ਇਹਨਾਂ ਦੀ ਜਿਹੜੀ ਪਤਨੀ ਸੀ ਨਾ, ਉਹ ਸੰਗਤਾਂ ਦੀ, ਸਿੱਖਾਂ ਦੀ ਸੇਵਾ ਕਰਦੀ ਸੀ। ਤੇ ਦਾਲ ਇਹਦੇ ਨਾਲ ਬੜੀ ਗਰਮ ਸੀ ਤੇ ਪਤਲੀ ਸੀ। ਤੇ ਸਿੱਖ ਨੇ ਕਿਹਾ ਵੀ ਦਾਣਾ ਤਾਂ ਕੋਈ ਹੱਥ ਨਹੀਂ ਲੱਗਦਾ, ਦੱਸ ਰਾਣੀਏ ਮੈਂ ਇਸਦਾ ਕੀ ਕਰਾਂ। ਤੇ ਮਹਾਰਾਜਾ ਪਟਿਆਲੇ ਦੀ ਘਰਵਾਲੀ ਹੋਵੇ, ਰੇਸ਼ਮੀ ਬਸਤਰ ਪਾਏ ਸੀ, ਅੰਦਰ ਥੋੜਾ ਮਾਣ ਤੇ ਸੀ ਵੀ ਮੈਂ ਰਾਜੀ ਹਾਂ, ਰਾਜੇ ਦੀ ਸੇਵਾ ਕਰ ਰਹੀ ਸੀ, ਪਰ ਹੰਕਾਰ ਵਸ ਹੋ ਕੇ ਕਰ ਰਹੀ ਸੀ। ਕਹਿਣ ਲੱਗੀ ਮੇਰੇ ਸਿਰ 'ਚ ਪਾ ਦੇ। ਉਹ ਸਿੱਖ ਨੇ ਜੋ ਚੱਕੀ ਥਾਲੀ ਤੇ ਉਹਦੇ ਸਿਰ 'ਚ ਪਾ ਦਿੱਤੀ। ਗਰਮ ਗਰਮ ਦਾਲ ਸੀ, ਉਹਦਾ ਸਿਰ ਸੜ ਗਿਆ। ਤੇ ਉਹ ਮਹਾਰਾਜਾ ਆਲਾ ਸਿੰਘ ਨੂੰ ਕਹਿੰਦੀ ਜਾ ਕੇ, ਕਹਿੰਦੇ ਤੁਸੀਂ ਕਹਿੰਦੇ ਇਹਨਾਂ ਸਿੱਖਾਂ ਦੀ ਸੇਵਾ ਕਰੋ, ਇਹਨਾਂ ਤੋਂ ਰਾਜ ਮਿਲਿਆ ਸਾਨੂੰ, ਤੇ ਇਹ ਦੇਖੋ ਤੁਹਾਡੇ ਸਿੱਖਾਂ ਦੇ ਕੰਮ ਮੇਰਾ ਸਿਰ ਸਾੜ ਦਿੱਤਾ, ਵੀ ਤੂੰ ਕੋਈ ਗਲਤੀ ਤੇ ਕੀਤੀ ਹੋਣੀ ਹੈ। ਮਹਾਰਾਜ ਮੈਂ ਤੇ ਸੇਵਾ ਕਰ ਰਹੀ ਸੀ। ਉਹ ਕਹਿੰਦੇ ਵੀ ਸੇਵਾ ਇਹਨਾਂ ਰੇਸ਼ਮੀ ਵਸਤਰਾਂ 'ਚ ਹੋ ਰਹੀ ਤੇਰੀ। ਫਿਰ ਦੂਜੀ ਗੱਲ, ਤੂੰ ਵਧੀਆ ਦਾਲ ਨਹੀਂ ਬਣਾਈ ਹੋਣੀ। ਕਹਿੰਦੇ ਹੋਇਆ ਕੀ ਦੱਸ ਪਹਿਲਾਂ। ਕਹਿੰਦੇ ਇੱਦਾਂ ਮੈਂ ਜੋ ਲੰਗਰ ਵਰਤਾ ਰਹੀ ਸੀ, ਮੈਂ ਦਾਲ ਲੈ ਕੇ ਇੱਕ ਸਿੱਖ ਕੋਲ ਗਈ ਤੇ ਦਾਲ ਪਾਈ ਤੇ ਉਹਦੇ ਵਿੱਚ ਦਾਣਾ ਕੋਈ ਹੈ ਨਹੀਂ ਸੀ। ਉਸਨੇ ਕਿਹਾ ਵੀ ਇਹਦਾ ਮੈਂ ਕੀ ਕਰਾਂ, ਦਾਣਾ ਦੇ ਵਿੱਚ ਹੈ ਨਹੀਂ ਕੋਈ, ਸੇਵਾ ਕਰ ਰਹੀ ਹਾਂ ਤੂੰ, ਪਾਣੀ ਸਾਰੀ। ਤੇ ਮੈਂ ਕਿਹਾ ਵੀ ਮੇਰੇ ਸਿਰ 'ਚ ਪਾ ਦੇ। ਕਹਿੰਦੇ ਉਹ ਤੇ ਆਗਿਆਕਾਰੀ ਸਿੱਖ ਸੀ, ਤੇ ਚੰਗਾ ਰਿਹਾ ਸਿਰ 'ਚ ਪਾ ਦਿੱਤੀ ਤੇਰੀ। ਕਹਿੰਦੇ ਰਾਣੀਏ ਤੇਰੇ ਕੰਮ ਜਿਹੜੇ ਰਾਣੀਆਂ ਵਾਲੇ ਨਹੀਂ। ਮੈਂ ਕਹਿੰਦਾ ਤੇਰੇ ਸਿਰ 'ਚ ਤਾਂ ਗਰਮ ਕੋਇਲੇ ਪੈਣੇ ਚਾਹੀਦੇ ਸਨ। ਇਹ ਕੋਈ ਸੇਵਾ ਥੋੜ੍ਹੀ ਹੈ, ਤੂੰ ਅਹਿਸਾਨ ਥੋੜ੍ਹੀ ਕਰੇ ਸਿੱਖਾਂ ਦੇ ਸੇਵਾ ਕਰੇ। ਸੇਵਾ ਅਹਿਸਾਨ ਨਹੀਂ ਹੁੰਦੀ ਵੀ ਕਿਸੇ ਵੀ ਅਹਿਸਾਨ ਨਹੀਂ ਵੀ ਅਸੀਂ ਅਹਿਸਾਨ ਕਰਨਾ। ਸੇਵਾ ਦਾ ਅਰਥ ਹੈ ਕਿ ਅਸੀਂ ਸੇਵਾ ਗੁਰੂ ਦੇ ਮੁਤਾਬਿਕ ਹੋ ਕੇ ਕਰੀਏ। ਉਸ ਦਿਨ ਆ ਮਹਾਰਾਣੀ ਨੂੰ ਪਤਾ ਚੱਲਿਆ ਵੀ ਮੈਂ ਸੇਵਾ ਨਹੀਂ, ਮੈਂ ਤਾਂ ਲੋਕਾਂ ਨੂੰ ਸਮਝਣੀ ਅਹਿਸਾਨ ਕਰਨੀਆਂ, ਲੰਗਰ ਛਕਾ ਰਹੀਆਂ। ਤੇ ਅੱਜ ਪੈ ਗਈ ਗਰਮ ਦਾਲ, ਤੇ ਅੱਜ ਪਤਾ ਲੱਗਿਆ ਵੀ ਵਾਕਈ ਇਹ ਮੈਂ ਸੇਵਾ ਉਵਾ ਕੋਈ ਨਹੀਂ, ਮੈਂ ਤੇ ਲੋਕਾਂ ਤੇ ਅਹਿਸਾਨ ਜਤਾਉਂਦੀ ਸੀ। ਤੇ ਮਹਾਰਾਜਾ ਸਾਹਿਬ ਕਹਿੰਦੇ ਨੇ ਚੰਗਾ ਰਿਹਾ, ਕਹਿੰਦੇ ਜੋ ਤੇਰੇ ਸਿਰ 'ਚ ਤਾਂ ਵੈਸੇ ਕੋਇਲੇ ਪੈਣੇ ਚਾਹੀਦੇ ਸਨ, ਦਾਲ ਪਈ ਹੈ ਗਰਮ, ਇਸ ਤੋਂ ਸਰ ਗਿਆ। ਤੇਰੇ ਕਰਤੂਤਾਂ ਇੱਦਾਂ ਦੀਆਂ, ਆਪਣੀ ਕਰਤੂਤਾਂ ਭਾਈ ਠੀਕ ਕਰ ਲੈ। ਸੇਵਾ ਮਾਣ ਛੱਡ ਕੇ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਸਿੱਖਾਂ ਦੀ ਬਦੌਲਤ ਸਾਨੂੰ ਰਾਜ ਪਾਠ ਹਾਸਲ ਹੋਇਆ। ਚੰਗੇ ਤਰੀਕੇ ਦੇ ਨਾਲ, ਭਾਵਨਾ ਨਾਲ ਸੇਵਾ ਕਰਨੀ ਹੈ, ਔਰ ਸੇਵਾ ਸਮਝ ਕੇ ਕੀਤੀ ਹੈ, ਕਿਉਂਕਿ ਸਾਥ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਹੁਣ ਸਤਿਗੁਰ ਦਾ ਮਨ ਮੰਨ ਨਹੀਂ ਰਿਹਾ, ਮੈਂ ਸੇਵਾ ਕਰੀ ਜਾ ਰਿਹਾ, ਤਾਂ ਪ੍ਰਵਾਨ ਤਾਂ ਨਹੀਂ ਨਾ ਵੀ ਉਹ ਕੰਮ ਕਰੀ ਜਿਹਦੇ ਨਾਲ ਸਤਿਗੁਰ ਸਾਡੇ ਪ੍ਰਸੰਨ ਹੋਣ। ਔਰ ਕਈ ਵਾਰੀ ਦੇਖੋ ਸੇਵਾ ਦਾ ਤਰੀਕਾ ਅੱਜ ਸਮਾਜ ਦੇ ਵਿੱਚ ਨਾ, ਸਾਡਾ ਤਰੀਕਾ ਚੇਂਜ ਹੋ ਗਿਆ। ਕਈ ਵਾਰੀ ਕਿਸੇ ਦੇ ਘਰ ਪ੍ਰਸਾਦਾ ਛਕਣ ਚਾਹੀਦਾ, ਤੇ ਕਈ ਵਾਰੀ ਮਨਾ ਕਰੋ ਵੀ ਦਹੀਂ ਨਹੀਂ ਛਕਣਾ ਜਾਂ ਕੋਈ ਚੀਜ਼ ਨਹੀਂ ਛਕਣੀ। ਉਹ ਕਹਿੰਦੇ ਨਹੀਂ ਅਸੀਂ ਤਾਂ ਜੀ ਬਣਾਈਏ, ਖੀਰ ਬਣਾਈਏ, ਇੱਕ ਬੰਦੇ ਨੂੰ ਸ਼ੂਗਰ ਹੋਈ ਹੈ, ਖੀਰ ਕਿਵੇਂ ਛਕੇਗਾ। ਲਓ ਸਾਡੀ ਤਾਂ ਭਾਵਨਾ, ਉਹ ਸਰਦਾ ਨੂੰ ਕੀ ਕਰਨਾ। ਸੇਵਾ ਤਾਂ ਜਿਹੜੀ ਤੁਸੀਂ ਕਰੋ ਉਹਦੇ ਮੁਤਾਬਿਕ ਹੋਣੀ ਚਾਹੀਦੀ ਹੈ। ਉਹ ਸੇਵਾ ਥੋੜ੍ਹੀ ਫਿਰ ਉਸਦੇ ਉੱਤੇ ਤਾਂ ਤੁਸੀਂ ਥੋਪ ਰਹੇ ਹੋ ਚੀਜ਼ਾਂ, ਵੀ ਖੀਰ ਛਕ ਲੈ, ਉਹਨੂੰ ਸ਼ੂਗਰ ਅਗਲੇ ਨੂੰ ਹੋਈ ਹੈ। ਸੇਵਾ ਇੱਦਾਂ ਨਹੀਂ ਹੁੰਦੀ। ਸੇਵਾ ਦਾ ਅਰਥ ਹੈ ਕਿ ਜੋ ਬੰਦਾ ਸਾਡੇ ਕੋਲ ਆਇਆ, ਜਿਸ ਦੀ ਅਸੀਂ ਸੇਵਾ ਕਰਨੀ, ਉਸ ਦੇ ਮੁਤਾਬਿਕ ਭਾਈ ਦੱਸ ਤੈਨੂੰ ਕੀ ਚਾਹੀਦਾ। ਅੱਜ ਤਾਂ ਗੁਰੂ ਘਰਾਂ ਵਿੱਚ ਵੀ ਸਾਡੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਵੀ ਸੇਵਾ ਕੀ ਕਰਨੀ। ਸਾਰੇ ਕਹਿੰਦੇ ਰੁਮਾਲਾ ਚਾੜ ਦਿਓ ਸਾਡੇ ਵੱਲੋਂ। ਉਹ ਚੋਰ ਸਾਹਿਬ ਹੈ ਨਹੀਂ, ਕਈ ਗੁਰੂ ਘਰਾਂ ਵਿੱਚ ਚੋਰ ਸਾਹਿਬ ਭੇਟਾ ਕਰ ਦਿਓ, ਇਹ ਸੇਵਾ। ਰੁਮਾਲਾ ਚਾੜਨਾ ਸੇਵਾ ਥੋੜ੍ਹੀ। ਰੁਮਾਲੇ ਤਾਂ ਅਲਮਾਰੀਆਂ ਭਰੀਆਂ ਪਈਆਂ ਨੇ। ਗੁਰੂ ਘਰ ਦੇ ਵਿੱਚ ਹੋਰ ਸੇਵਾਦਾਰਾਂ ਨੂੰ, ਗ੍ਰੰਥੀ ਸਿੰਘਾਂ ਨੂੰ, ਰਾਗੀਆਂ ਨੂੰ ਕੋਈ ਲੋੜ ਹੈ ਭਾਈ, ਉਹਨਾਂ ਦੀ ਸੇਵਾ ਕਰ ਦਿਓ। ਨਹੀਂ ਜੀ ਅਸੀਂ ਤਾਂ ਮਖਮਲ ਦੇ ਜੋ ਗੱਦੇ ਹੀ ਦੇਣੇ ਨੇ, 10-10 ਹਜ਼ਾਰ ਦੇ ਅਸੀਂ ਕੰਬਲ ਹੀ ਚਾੜਨੇ ਨੇ। ਕਦੀ ਪੁੱਛਿਆ ਅਸੀਂ ਲੋਕਾਂ ਨੇ ਵੀ ਗ੍ਰੰਥੀ ਸਿੰਘ ਜੀ ਤੁਹਾਡੇ ਕੋਲ ਜਾਂ ਭਾਈ ਸਾਹਿਬ ਤੁਹਾਡੇ ਕੋਲ ਕੰਬਲ ਹੈਗਾ ਘਰ 'ਚ? ਨਹੀਂ ਪੁੱਛਦੇ ਅਸੀਂ, ਕਿਉਂਕਿ ਸੇਵਾ ਅਸੀਂ ਗੁਰੂ ਸਾਹਿਬ ਦੀ ਕਰਕੇ ਕਰ ਰਹੇ, ਪਰ ਗੁਰੂ ਸਾਹਿਬ ਜੀ ਤੇ ਅੱਗੇ ਉੱਥੇ ਢਿੱਲ ਲੱਗੇ ਪਏ ਨੇ, ਕੰਬਲ ਕੋਈ ਦਿੰਦਾ ਹੀ ਨਹੀਂ। ਸੋ ਸੇਵਾ ਦਾ ਅਰਥ ਕੁਝ ਹੋਰ ਹੈ ਗੁਰਮਤਿ ਦੇ ਅੰਦਰ। ਸੇਵਾ ਦਾ ਅਰਥ ਹੈ ਜਿਹਦੇ ਨਾਲ ਸਤਿਗੁਰ ਦਾ ਮਨ ਮੰਨ ਜਾਏ ਤੇ ਸਤਿਗੁਰ ਦੀ ਜਿਹਦੇ ਵਿੱਚੋਂ ਖੁਸ਼ੀ ਹੋਵੇ। ਜੇ ਸਤਿਗੁਰ ਕੀ ਕਰਦੇ ਸਨ ਆਪਣੀ ਹਯਾਤੀ ਦੇ ਵਿੱਚ ਨਾ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਇੱਕ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਦਿੱਲੀ ਵਿੱਚ ਜਦੋਂ ਆਏ ਨਾ, ਨਾਨਕ ਪਿਆਊ, ਤੇ ਇੱਥੇ ਭਾਈ ਮਰਦਾਨਾ ਨੇ ਇੱਕ ਗੱਲ ਕਹੀ ਸੀ ਬਾਪੂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਤੇ ਸਾਰੇ ਪੂਜਦੇ ਨੇ, ਸਾਰੇ ਸਤਿਕਾਰ ਕਰਦੇ ਨੇ, ਤੇ ਮੈਂ ਵੀ ਤਾਂ ਤੁਹਾਡੇ ਨਾਲ ਰਹਿਣਾ, ਮੇਰਾ ਸਤਿਕਾਰ ਹੁੰਦਾ ਨਹੀਂ, ਮੈਂ ਤੁਹਾਡਾ ਸੇਵਕ ਹਾਂ। ਗੁਰੂ ਸਾਹਿਬ ਨੇ ਕਿਹਾ ਜਾ ਨਾਲ ਦੇ ਪਿੰਡ 'ਚ ਚਲਾ ਜਾ ਤੇ ਸਾਡਾ ਨਾਂ ਲੈ ਲਈ। ਭਾਈ ਮਰਦਾਨਾ ਨਾਲ ਦੇ ਪਿੰਡ 'ਚ ਚਲਾ ਗਿਆ, ਗੁਰੂ ਨਾਨਕ ਪਾਤਸ਼ਾਹ ਦਾ ਨਾਂ ਲਿਆ, ਲੋਕ ਇਕੱਠੇ ਹੋ ਗਏ, ਬੜੀ ਸੇਵਾ ਕੀਤੀ, ਬਹੁਤ ਸਾਰੇ ਵਸਤਰ, ਬਹੁਤ ਸਾਰੀਆਂ ਚੀਜ਼ਾਂ ਭੇਟਾ ਕੀਤੀਆਂ। ਭਾਈ ਮਰਦਾਨਾ ਪੰਡ ਚੱਕ ਕੇ ਲੈ ਕੇ ਆ ਰਿਹਾ, ਮਹਾਰਾਜ ਨੂੰ ਕਹਿੰਦਾ ਮਹਾਰਾਜ ਬੜੇ ਕੀਮਤੀ ਦੁਸਾਲੇ ਦਿੱਤੇ ਨੇ। ਭਾਈ ਮਰਦਾਨਾ ਕੀ ਕਰਨਾ? ਮਹਾਰਾਜ ਕੁਛ ਰੱਖ ਲੈਂਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆਰਿਆ ਵੀ ਤਾਂ ਹੀ ਤੇ ਤੈਨੂੰ ਮੈਂ ਭੇਜਦਾ ਨਹੀਂ ਸੀ, ਤੂੰ ਕਹਿੰਦਾ ਸੇਵਾ ਤਾਂ ਸੰਗਤ ਕਰਦੀ ਹੈ, ਪਰ ਤੂੰ ਪੰਡ ਬਣੀ ਜਾਂਦਾ, ਇੱਥੇ ਕਿੱਥੇ ਲੈ ਕੇ ਜਾਵਾਂਗੇ? ਆਪਾਂ ਤਾਂ ਰਾਹੀ ਹਾਂ ਭਾਈ, ਇਹ ਸੰਗਤ ਵਿੱਚ ਬਣਦੇ।
ਭਾਈ ਮਰਦਾਨੇ ਦਾ ਅੰਦਰੋਂ ਮਨ ਨਹੀਂ ਕਰ ਰਿਹਾ, ਪਰ ਗੁਰੂ ਨਾਨਕ ਨੇ ਕਿਹਾ ਬਣਦੇ ਇਹ ਸੇਵਾ ਪਾਓ ਕਿ ਸਾਡੇ ਕੋਲ ਜੋ ਆਉਂਦਾ ਸੀ ਗੁਰੂ ਨਾਨਕ ਪਾਤਸ਼ਾਹ ਲੋੜਵੰਦਾਂ ਵਿੱਚ, ਜ਼ਰੂਰਤਮੰਦਾਂ ਵਿੱਚ ਅੱਗੇ ਬਣ ਦਿੰਦੇ ਸੀ ਵੀ ਇਸ ਬੰਦੇ ਨੂੰ ਇਸ ਦੀ ਜ਼ਰੂਰਤ ਹੈ, ਵੀ ਇਸ ਦੇ ਕੰਮ ਆਉਣੀ ਚਾਹੀਦੀ। ਸੋ ਇਹ ਸੇਵਾ ਹੁੰਦੀ ਹੈ। ਅਸੀਂ ਸਿੱਖੀਏ ਕੁਝ ਗੁਰੂ ਕੋਲੋਂ ਅਤੇ ਉਹ ਕੰਮ ਕਰੀਏ ਜਿਹੜੇ ਕਿ ਪਰਮਾਤਮਾ ਦੀ ਦਰਗਾਹ ਵਿੱਚ ਸਹੀ ਹੋਣ ਕੰਮ, ਅਤੇ ਉਹ ਅਮਲ ਕਰੀਏ, ਕਿਉਂਕਿ ਉੱਥੇ ਲੇਖਾ ਹੋਣਾ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪਿਆ ਜਾਏ। ਉੱਥੇ ਜਾ ਕੇ ਪਤਾ ਕਰਨਾ ਸੇਵਾ ਤਾਂ ਬੜੀ ਕੀਤੀ ਪਰ ਪ੍ਰਵਾਨ ਕੋਈ ਨਹੀਂ ਹੋਈ। ਐਸਾ ਕੰਮ ਕਰੀਏ ਜੀਵਨ ਵਿੱਚ ਜਿਹੜਾ ਕੀਤਾ ਹੋਇਆ ਕੰਮ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏ, ਉੱਥੇ ਸੁਰਖਰੂ ਹੋ ਜਾਈਏ ਔਰ ਕਹਿ ਸਕੀਏ ਕਿ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਪਉ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ। ਜੀ ਆਇਆਂ ਨੂੰ ਇਤਨੇ ਬਚਨ ਪ੍ਰਵਾਨ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਜਿਨ ਮੋਹੇ ਬ੍ਰਹਮੰਡ ਖੰਡ, ਤਾਹੂ ਮੈਂ ਪਾਉ। ਰਾਖ ਲਿਹੋ ਏ ਵਿਖਈ ਜਿਉ, ਦੇਹ ਆਪਣਾ ਨਾਓ। ਜਿਨ ਮੋਹੇ ਬ੍ਰਹਮੰਡ ਖੰਡ, ਤਾਹੂ ਮੈਂ ਪਾਉ। ਰਾਖ ਲਿਹੋ ਏ ਵਿਖਈ ਜਿਉ, ਦੇਹ ਆਪਣਾ ਨਾਓ। ਰਾਹੋ ਜਾਂ ਤੇ ਨਾਹੀ ਕੋ ਸੁਖੀ, ਤਾਂ ਕੈ ਪਾਛੈ ਜਾਓ। ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਕਰੋ ਕਿਰਪਾ ਕਰੁਣਾਪਤੇ, ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਕਰੋ ਕਿਰਪਾ ਕਰੁਣਾਪਤੇ, ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੇ ਕਰਤੇ ਕਾ ਹੋਏ ਵਿਚਾਰੋ, ਤਦ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰੋ। ਤੁਮ ਗਾਵੋ ਮਿਨਰ ਬਹੁ ਕਾ ਸੋਹਿਲਾ, ਹੂੰ ਬਾਰਿਜ ਸੋਹਿਲਾ ਸਦਾ ਸੁਖ ਹੋਏ ਰਹਾਓ। ਜਿਨ ਜਿਹੜੇ ਸੰਭਾਲਨ ਦੇਖੇਗਾ ਦੇਵਨਹਾਰ, ਤੇਰੇ ਦਾਨ ਕੀਮਤਾਂ ਦਾਤੇ ਕੌਣ ਸਮਾਰ। ਸੰਮਤ ਸਾਲ ਲਿਖਿਆ ਅਮਲ ਕਰ ਪਾਵੋ ਤੇਲ। ਦੇਹੋ ਸਜਨ ਅਸੀਂ ਸੜੀਆਂ, ਜੋ ਹੋਵੈ ਸਾਹਿਬ ਸੋ ਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰ ਸਿਮਰਿਆ ਨਾਨਕ ਸੇਧੇ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ। ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਇਸ ਵਿੱਚ ਅਸੀਂ ਘੜੀਆਂ ਪੈਰਾਂ ਥਿੱਤੀ ਵਾਰੀ, ਮਹਾ ਹੋਆ ਸੂਰਜ ਏਕੋ ਰੁੱਤ। ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰ ਕਾ ਮੰਡਲ ਜਨਕ ਮੋਤੀ ਤੋ ਬਨੇ। ਆਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈ ਆਰਤੀ ਹੋਏ ਬਹੁ ਖੜਨਾ ਤੇਰੀ ਆਰਤੀ, ਅਨੰਤਾ ਸ਼ਬਦ ਵਾਜਨ ਪਹਿਰੀ ਰਹਾਉ। ਸਹਿਸ ਤਬ ਨੈਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾਇਕ ਤੋਈ। ਸਹਿਸ ਪਦ ਵਿਮੰਦਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਇਵ ਚਰਤ ਮੋਈ। ਸਭ ਮੈਂ ਜੋ ਜੋਤ ਹੈ ਸੋਇ ਤਿਸ ਦੇ ਚਾਨਨ, ਸਭ ਮੈਂ ਚਾਨਨ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਰੁਣ ਮਕਰਨ ਲੋਹਿਤ, ਮਨਨ ਦਿਨੋ ਮੋਹਿ ਆਏ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋ ਜਾਤੇ ਤ੍ਰਿਨਾਏ ਵਾਸਾ। ਰਾਗ ਗੁੜੀ ਪੂਰੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਕੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਲ ਲਿਖੇ ਗੁਰ ਪਾਇਆ, ਮਨਹਾਲੀ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡੋਤ ਪਨ ਵੱਡਾ ਹੈ ਰਹਾਓ।
ਸਾਕਤ ਹਰ ਸਾਧ ਨ ਜਾਣੈ ਤਿਨ ਅੰਤਰ ਹੋਮੈ ਕੰਡਾਹੇ ਜੋ ਜੋ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾਹੇ ਅਬਨਾਸੀ ਪ੍ਰਭ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕੈ ਨਾਮੇ ਹੀ ਸੁਖ ਮੰਡਾਹੇ ਰਾਗ ਗੋੜੀ ਪੂਰੀ ਮਹਿਲਾ ਪੰਜਵਾਂ ਕਰੋ ਬੇਨੰਤੀ ਸੁਨੋ ਮੇਰ ਮਿੱਤਾ ਸੰਤਹਿਲ ਕੀ ਵੇਲਾ ਇਹਾਂ ਖਾੜ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ ਓਦ ਘਟੈ ਦਿਨਸ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹ ਰਸਗਤ ਕਥਾ ਤਿਨ ਜਾਨੀ ਜਾ ਕੋ ਵਾਇ ਸੋਈ ਵਿਹਾਜੋ ਹਰ ਗੁਰ ਤੇ ਮਨੈ ਵਸੇਰਾ ਇਹ ਕਰ ਮੈਲ ਪਾਉ ਸੁਖ ਸਹਿਜੇ ਬਹੁਤ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ